ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ, ਸ੍ਰੀ ਗੁਰੂ ਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੈ, ਕਾਟਹਿ ਸੋ ਪਾਪ ਤਿਨ ਨਰੋ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ, ਗੁਰੂ ਅਰਜਨ ਕੋ ਦੇ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਅੱਜ ਸਹਿਬੇ ਕਮਾਲ ਦੋ ਜਾਨ ਵਾਹਾਲੀ ਚਿੱਟਿਆਂ ਬਾਜਾਂ ਵਾਲੇ ਮਹਾਰਾਜ ਕਲਗੀਧਰ ਸਵਾਮੀ ਜੀ ਦਾ ਸੱਚਖੰਡ ਪਿਆਣਾ ਆਪ ਪੁਰਬ ਸੰਗਤਾਂ ਬੜੀ ਸ਼ਰਧਾ ਸਹਿਤ ਭਾਵਨਾ ਸਹਿਤ ਨਮਸਕਾਰ 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 ਕਰਕੇ ਮਨਾ ਰਹੇ ਹੋ। ਗੁਰੂ ਕੀ ਪਿਆਰੀ ਸੰਗਤ ਜੀਓ, ਸਿੱਖ ਪੰਥ ਦੇ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਇਸ ਸਾਰੇ ਵਰਤਾਂਤ ਨੂੰ ਆਪਣੇ ਇਹਨਾਂ ਕਲਮਾਂ ਰਾਹੀਂ ਆਪਣੇ ਸ਼ਬਦਾਂ 'ਚ ਬਿਆਨ ਕੀਤਾ। ਆਪ ਸੰਗਤ ਦੀ ਹਾਜ਼ਰੀ ਦੇ ਵਿੱਚ ਸਾਰੀ ਸੰਗਤ ਨੇ ਮਨ ਜੁੜ ਕਰ ਹਾਜ਼ਰੀ ਲਾਉਣੀ। ਪੰਚਮੀ ਕੱਤਕ ਸੁਦੀ ਪੰਚਮੀ ਦਾ ਦਿਹਾੜਾ, ਦਿਨ ਵੀਰਵਾਰ, ਸਵੇਰ ਵੇਲੇ ਪ੍ਰਭਾਤ ਦਾ ਸਮਾਂ, ਧਰਤੀ ਸੱਚਖੰਡ ਅਬਚਲ ਨਗਰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਹੈ। ਮਹਾਰਾਜ ਜੀ ਨੇ ਭਾਈ ਸੰਤੋਖ ਸਿੰਘ ਜੀ ਨੂੰ ਹੁਕਮ ਕੀਤਾ, ਰਾਤ ਚੌਥ ਦੀ ਸਾਰੀ ਰਾਤ ਸਿੱਖ ਸੰਗਤਾਂ ਮਹਾਰਾਜ ਜੀ ਦੇ ਹੁਕਮ 'ਚ ਕੀਰਤਨ ਕਰਦੀਆਂ ਰਹੀਆਂ। ਭਾਈ ਸੰਤੋਖ ਸਿੰਘ ਜੀ ਨੂੰ ਹੁਕਮ ਕੀਤਾ ਕਿ ਇੱਕ ਚੰਦਨ ਦੀ ਲੱਕੜੀ ਦੀ ਚਿਖਾ ਤਿਆਰ ਕੀਤੀ ਜਾਏ। ਉਹ ਚਿਖਾ ਚੌਥ ਦੀ ਰਾਤ ਨੂੰ ਤਿਆਰ ਹੋ ਗਈ ਹੈ। ਸੰਗਤਾਂ ਸਭ ਕੀਰਤਨ ਕਰ ਰਹੀਆਂ ਨੇ। ਅੰਮ੍ਰਿਤ ਵੇਲੇ ਪ੍ਰਭਾਤ ਵੇਲੇ ਮਹਾਰਾਜ ਸਾਹਿਬ ਜੀ ਆਪ ਹਾਜ਼ਰ ਹੋਏ ਨੇ। ਕਮਲ ਵਰਗਾ ਖਿੜਿਆ ਹੋਇਆ ਮਹਾਰਾਜ ਜੀ ਦਾ ਸਰੂਪ, ਅਤੀ ਸੁੰਦਰ ਮਹਾਰਾਜ ਜੀ ਦੇ ਦਰਸ਼ਨ। ਮਹਾਰਾਜ ਜੀ ਕੇਸੀ ਇਸ਼ਨਾਨ ਕਰਕੇ ਸੁੰਦਰ ਸੂਖਮ ਵਸਤਰ ਧਾਰਨ ਕੀਤੇ, ਦਸਤਾਰਾ ਸਜਾਇਆ। ਦਸਤਾਰੇ ਉੱਪਰ ਮਹਾਰਾਜ ਜੀ ਨੇ ਜਿਗਾ ਕਲਗੀ ਸਜਾਈ ਅਤੇ ਮਹਾਰਾਜ ਜੀ ਨੇ ਕਮਰ ਕਸਾ ਕੀਤਾ ਹੈ। ਕਮਰ ਕਸੇ ਦੇ ਵਿੱਚ ਮਹਾਰਾਜ ਜੀ ਨੇ ਸਮੁੱਚੇ ਛੋਟੇ ਮਹਾਰਾਜ ਜੀ ਦੇ ਸ਼ਸਤਰ ਧਾਰਨ ਕੀਤੇ ਨੇ। ਪਿੱਛੇ ਭੱਥਾ ਧਾਰਨ ਕੀਤਾ ਧੀਰਾਂ ਦਾ ਅਤੇ ਮਹਾਰਾਜ ਜੀ ਨੇ ਇੱਕ ਨੀਲੇ ਸੋਨੇ ਦੇ ਮੁੱਠੇ ਵਾਲੀ ਸ੍ਰੀ ਸਾਹਿਬ ਕਿਰਪਾਨ ਨੂੰ ਨਮਸਕਾਰ ਕਰਕੇ ਸੋਨੇ ਦੀ ਕਢਾਈ ਵਾਲੇ ਗਾਤਰੇ ਦੇ ਵਿੱਚ ਸਜਾਇਆ ਹੈ। ਸੁਜਾਨ ਉਪਰੰਤ ਮਹਾਰਾਜ ਜੀ ਤਖਤ ਦੇ ਉੱਪਰ ਸਵਾਇਮਾਨ ਹੋਏ ਨੇ। ਸਿੱਖ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਅਤੇ ਸਿੱਖ ਸੰਗਤਾਂ ਮਹਾਰਾਜ ਜੀ ਦੇ ਨਾਲ ਸਾਹਮਣੇ ਹਾਜ਼ਰ ਨਾਜ਼ਰ ਹੋ ਕੇ ਮਹਾਰਾਜ ਜੀ ਨਾਲ ਬਚਨ ਬਿਲਾਸ ਕਰ ਰਹੀਆਂ ਨੇ। 4 ਘੜੀਆਂ ਦਾ ਸਮਾਂ ਬੀਤਿਆ। ਮਹਾਰਾਜ ਜੀ ਨੇ ਸਾਰੀ ਸਿੱਖ ਸੰਗਤ ਨੂੰ ਹੁਕਮ ਕੀਤਾ, ਭਾਈ ਲੰਗਰ ਪਾਣੀ ਛਕੋ ਅਤੇ ਸਾਰੀ ਸਿੱਖ ਸੰਗਤ ਚਲਦੀ ਹੋਈ ਹੈ। ਸਾਰਾ ਸਮਾਂ ਮਹਾਰਾਜ ਜੀ ਦੇ ਕੋਲ ਸੰਗਤਾਂ ਆਉਂਦੀਆਂ ਰਹੀਆਂ ਨੇ। ਭਾਈ ਰਾਮ ਕੁਆਰ ਜੀ ਬਾਬਾ ਬੁੱਢਾ ਜੀ ਦੇ ਪੋਤਰੇ ਪੁਰਖ, ਉਹ ਮਹਾਰਾਜ ਜੀ ਦੇ ਸਨਮੁਖ ਹਾਜ਼ਰ ਨੇ। ਬੇਨਤੀ ਕੀਤੀ, ਮਹਾਰਾਜ ਸੰਗਤਾਂ ਨੂੰ ਆਪ ਜੀ ਉਪਦੇਸ਼ ਕਰਨਾ ਕਰੋ। ਧੰਨ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ 9 ਪਾਤਸ਼ਾਹੀਆਂ ਤੋਂ ਬਾਅਦ ਮਹਾਰਾਜ ਜੀ ਅਗਲੇ ਆਪ ਜੀ ਹੁਕਮ ਕਰੋ, ਅਸੀਂ ਕਿਹਨਾਂ ਨੂੰ ਮੱਥਾ ਟੇਕਣਾ, ਕਿਹਨਾਂ ਨੂੰ ਅਸੀਂ ਗੁਰੂ ਮੰਨਣਾ ਹੈ। ਮਹਾਰਾਜ ਜੀ ਨੇ ਹੁਕਮ ਕੀਤਾ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਸਾਨੂੰ ਮਹਾਰਾਜ ਜੀ ਕਹਿੰਦੇ ਸਾਰੀ ਸਿੱਖ ਸੰਗਤ ਨੂੰ ਉਪਦੇਸ਼ ਕਰ ਰਹੇ ਨੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਹੋਣਗੇ। ਇਹਨਾਂ ਵਿੱਚ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਰੂਪਾਂ ਦੇ ਦਰਸ਼ਨ ਹੋਣਗੇ। ਭਾਈ ਸਿੱਖ ਨੇ ਮਹਾਰਾਜ ਜੀ ਨੂੰ ਗੁਰੂ ਕਰਕੇ ਜਾਣਨਾ ਹੈ। ਸਾਰੀ ਸਿੱਖ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਿਵੇਂ ਹੋਣਗੇ? ਮਹਾਰਾਜ ਜੀ ਨੇ ਕਿਹਾ, ਰਹਿਤਵਨ ਪੰਜ ਸਿੰਘ, ਉਹਨਾਂ ਨੂੰ ਆਪ ਸਿੰਘਾਂ ਨੇ ਸਾਡਾ ਰੂਪ ਕਰਕੇ ਜਾਣਨਾ ਹੈ। ਜੋ ਇਹਨਾਂ ਪੰਜਾਂ ਸਿੰਘਾਂ ਨੂੰ ਆਪ ਲੰਗਰ ਪਾਣੀ ਛਕਾਓਗੇ ਉਹ ਸਾਨੂੰ ਪ੍ਰਵਾਨ ਹੋ ਜਾਏਗਾ। ਤੇ ਮਹਾਰਾਜ ਜੀ ਨੇ ਕਿਹਾ ਕਿ ਸਿੱਖ ਨੇ ਆਪਣੇ ਆਚਰਣ ਨੂੰ ਉੱਚਾ ਰੱਖਣਾ, ਗੁਰੂ ਰਹਿਤ ਦੇ ਵਿੱਚ ਰਹਿਣਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਦੀਆਂ ਬਾਣੀਆਂ ਪੜ੍ਹਨੀਆਂ ਨੇ ਅਤੇ ਸਾਰਾ ਦਿਨ ਮਹਾਰਾਜ ਜੀ ਨੂੰ ਆਪਣੀ ਯਾਦ ਦੇ ਵਿੱਚ ਸਿਮਰਨ ਦੇ ਵਿੱਚ ਗੁਜ਼ਾਰਨਾ ਹੈ। ਲੰਗਰਾਂ 'ਚ ਸੇਵਾ ਕਰਨੀਆਂ ਨੇ, ਆਏ ਗਏ ਦਾ ਅਤਿਥੀ ਦਾ ਯਥਾ ਯੋਗ ਸਤਿਕਾਰ ਕਰਨਾ ਹੈ। ਇਸ ਤਰ੍ਹਾਂ ਮਹਾਰਾਜ ਸੰਗਤਾਂ ਨੂੰ ਉਪਦੇਸ਼ ਕਰਦੇ ਰਹੇ ਨੇ। ਤੇ ਸਮਾਂ ਲੰਘਿਆ ਹੈ, ਜਦ 1.5 ਪਹਿਰ ਦਿਨ ਰਹਿ ਗਿਆ ਹੈ ਤਾਂ ਮਹਾਰਾਜ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਭਾਈ ਕਨਾਤਾਂ ਸਜਾਓ। ਸ਼ਿਖਾ ਦੁਆਲੇ ਕਨਾਤਾਂ ਸਜਾਈਆਂ ਗਈਆਂ ਨੇ। ਉਹਨਾਂ ਕਨਾਤਾਂ ਦੇ ਵਿੱਚ ਜੋ ਚੰਦਨ ਦੀ ਚਿਖਾ ਸਜਾਈ ਹੋਈ ਹੈ, ਆਲੇ ਦੁਆਲੇ ਬਾਹਰ ਸੰਗਤਾਂ ਬੈਠੀਆਂ ਨੇ। ਮਹਾਰਾਜ ਜੀ ਆਏ ਨੇ, ਜ਼ੋਰ ਦੀ ਫਤਿਹ ਵਜਾਏ, ਸੰਗਤ ਨਾਲ ਫਤਿਹ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਨੇ ਹੁਕਮ ਕੀਤਾ ਸੰਗਤਾਂ ਨੂੰ ਕਿ ਆਪ ਜੀ ਪਰਿਕਰਮਾ ਕਰਕੇ ਛੇਤੀ ਛੇਤੀ ਬਾਹਰ ਆ ਜਾਓ। ਤੇ ਸਾਰੀਆਂ ਸੰਗਤਾਂ ਨੇ ਆਪਣੀ ਸ਼ਰਧਾ ਸਹਿਤ ਚਿਖਾ ਦੇ ਆਲੇ ਦੁਆਲੇ, ਜਿੱਥੇ ਅੱਜ ਕੱਲ੍ਹ ਆਪ ਜੀ ਜਾਂਦੇ ਹਜੂਰ ਸਾਹਿਬ ਨਿਸ਼ਾਨ ਸਾਹਿਬ ਥੱਲੇ ਪਰਿਕਰਮਾ 'ਚ ਸੁਸ਼ੋਭਤ ਨੇ, ਹੁਣ ਵੀ ਉੱਥੇ ਪਰਿਕਰਮਾ ਬਣੀ ਹੋਈ ਹੈ, ਸੰਗਤ ਪਰਿਕਰਮਾ ਕਰਦੀ ਹੈ। ਉਸੇ ਤਰ੍ਹਾਂ ਸੰਗਤ ਪਰਿਕਰਮਾ ਕਰਕੇ ਬਾਹਰ ਬੈਠੀ ਹੈ। ਮਹਾਰਾਜ ਜੀ ਨੇ ਆਪ ਅਕਾਲ ਪੁਰਖ ਜੀ ਵੱਲ ਹਾਜ਼ਰ ਨਾਜ਼ਰ ਜਾਣਦਿਆਂ ਚਿਖਾ ਦੇ ਅੰਦਰ ਜਾਣ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੂੰ ਹੁਕਮ ਕੀਤਾ ਵੀ ਭਾਈ ਇਸ ਚਿਖਾ ਨੂੰ ਖੋਲ੍ਹਣਾ ਨਹੀਂ ਹੈ, ਫਰੋਲਣਾ ਨਹੀਂ ਹੈ। ਅਸੀਂ ਅੰਦਰ ਜਾਵਾਂਗੇ, ਫਤਿਹ ਬੁਲਾਵਾਂਗੇ ਤੇ ਸੰਤੋਖ ਸਿੰਘ ਜੀ ਨੂੰ ਬੁਲਾਵਾਂਗੇ। ਬਾਕੀ ਸਿੱਖ ਸੰਗਤ ਬਾਹਰ ਬੈਠ ਕੇ ਗੁਰੂ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ। ਮਹਾਰਾਜ ਜੀ ਨੇ ਆਪ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ। 4 ਦੋਹਰਿਆਂ ਦੇ ਵਿੱਚ ਬਾਣੀ ਪੜ੍ਹੀ ਹੈ। ਚੰਡੀ ਦੀ ਵਾਰ ਦੀ ਪਹਿਲੀ ਪੌੜੀ ਦਾ ਉਚਾਰਨ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਸੰਗਤਾਂ ਨਾਲ ਕੀਤਾ ਹੈ। ਉਪਰੰਤ ਫਤਿਹ ਗਜਾ ਕੇ ਮਹਾਰਾਜ ਜੀ ਕਨਾਤ ਦੇ ਅੰਦਰ ਚਲੇ ਗਏ ਨੇ। ਅੰਦਰ ਜਾਂਦਿਆਂ ਹੀ ਬਾਹਰ ਅਸਮਾਨ ਤੇ ਅਨੰਤਾਂ ਦਾ ਪ੍ਰਕਾਸ਼ ਹੋਇਆ ਹੈ। ਸਾਰੀਆਂ ਸੰਗਤਾਂ ਵਿਭੋਰ ਹੋਈਆਂ ਨੇ। ਮਹਾਰਾਜ ਜੀ ਜਾ ਕੇ ਬੈਠੇ ਨੇ ਅਤੇ ਸੰਤੋਖ ਸਿੰਘ ਜੀ ਨੂੰ ਕਿਹਾ ਹੈ ਕਿ ਅਗਨੀ ਦਿਖਾਓ ਚਿਖਾ ਨੂੰ। ਚਿਖਾ ਨੂੰ ਅਗਨੀ ਦਿਖਾਈ ਹੈ। ਮਹਾਰਾਜ ਜੀ ਨੇ ਉੱਥੇ ਬੈਠਿਆਂ ਚੌਂਕੜੇ ਦੇ ਵਿੱਚੋਂ ਨਾਭੀ ਬ੍ਰਹਮ ਕਮਲ ਦੇ ਵਿੱਚੋਂ ਆਪ ਜੋਤ ਪ੍ਰਗਟ ਕੀਤੀ ਹੈ ਤੇ ਮਹਾਰਾਜ ਜੀ ਸਰੀਰ ਰੂਪ ਕਰਕੇ ਅਲੋਪ ਹੋ ਗਏ ਨੇ। ਅਲੋਪ ਹੋਣ ਤੋਂ ਪਹਿਲਾਂ ਜਕਾਰਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਵਿਆਕੁਲ ਹੋ ਗਈਆਂ ਨੇ, ਆਕਾਸ਼ ਲਾਲ ਹੋ ਗਿਆ ਹੈ, ਧਰਤੀ ਵਿਆਕੁਲ ਹੋ ਗਈ ਹੈ। ਸੰਗਤਾਂ ਭੁੱਬਾਂ ਮਾਰ ਮਾਰ ਕੇ ਮਹਾਰਾਜ ਜੀ ਵੱਲ ਵੇਖ ਰਹੀਆਂ ਨੇ ਅਤੇ ਮਹਾਰਾਜ ਜੀ ਨੂੰ ਯਾਦ ਕਰ ਰਹੀਆਂ ਨੇ। ਇਸੇ ਤਰ੍ਹਾਂ ਅਗਨੀ ਪ੍ਰਚੰਡ ਹੋਈ ਹੈ ਅਤੇ ਸਾਰੀਆਂ ਸੰਗਤਾਂ ਸਾਰੀ ਰਾਤ ਮਹਾਰਾਜ ਜੀ ਦੇ ਉਸ ਸਥਾਨ ਤੇ ਬਿਰਾਜਮਾਨ ਰਹੀਆਂ ਨੇ। ਸਾਰੀ ਰਾਤ ਲੰਘ ਗਈ ਹੈ। ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਅਸਤਬਲ ਦੇ ਘੋੜਿਆਂ ਦੇ ਰਖਵਾਲੇ ਉਹ ਸਿੰਘ ਆਏ ਨੇ ਤੇ ਕਹਿੰਦੇ ਮਹਾਰਾਜ ਜੀ ਦਾ ਕੁਬੈਤ ਘੋੜਾ ਉਹ ਨੀਲਾ ਹਾਜ਼ਰ ਨਹੀਂ ਹੈ ਅੰਦਰ। ਉਹ ਘੋੜਾ ਕੁਬੈਤ ਨਹੀਂ ਹੈ। ਰੱਸੇ ਦੋਨੋਂ ਪਏ ਨੇ, ਪੈਰਾਂ ਦੇ ਨਿਸ਼ਾਨ ਪੈੜਾਂ ਦੇ। ਉਹ ਗੇਟ ਵੱਲ ਤੱਕ, ਜਿੱਥੇ ਅਸਤਬਲ ਦਾ ਗੇਟ ਹੈ ਉੱਥੇ ਤੱਕ ਹੈ, ਅੱਗੇ ਨਹੀਂ ਹੈ ਨੇ। ਤੇ ਮਹਾਰਾਜ ਜੀ ਦਾ ਬਾਜ ਵਾਲਾ ਸਿੰਘ ਵੀ ਇੰਨੇ ਨੂੰ ਉਦੋਂ ਦੂਸਰੇ ਪਾਸੋਂ ਆਇਆ ਹੈ, ਕਹਿੰਦਾ ਮਹਾਰਾਜ ਜੀ ਦਾ ਬਾਜ ਵੀ ਨਹੀਂ ਹੈ। ਤੇ ਜਦੋਂ ਸੰਗਤਾਂ ਬੈਠੀਆਂ ਨੇ, ਵਿਚਾਰ ਹੋ ਰਹੀ ਹੈ, ਇੱਕ ਸੰਤ ਸਾਧੂ ਸਭਾ ਇੱਕ ਸਿੱਖ ਆਇਆ ਹੈ। ਉਹ ਮਹਾਰਾਜ ਦੇ ਕੋਲ ਆ ਕੇ ਸੰਗਤਾਂ 'ਚ ਬੈਠਿਆ। ਪਤਾ ਲੱਗਿਆ ਮਹਾਰਾਜ ਜੀ ਚਲੇ ਗਏ ਨੇ। ਕਹਿੰਦਾ ਨਹੀਂ, ਮੈਂ ਜਦੋਂ ਆ ਰਿਹਾ ਸੀ ਤਾਂ ਰਾਹ ਦੇ ਵਿੱਚ ਮੈਨੂੰ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਹੋਏ ਨੇ। ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ, ਤੀਰ ਕਮਾਨ ਹੱਥ ਦੇ ਵਿੱਚ ਹੈ। ਮਹਾਰਾਜ ਜੀ ਦੇ ਸ਼ਸਤਰ ਸਜੇ ਨੇ। ਮਹਾਰਾਜ ਜੀ ਨੀਲੇ ਘੋੜੇ ਤੇ ਆਪਣੇ ਬਾਜ ਨਾਲ ਮੈਨੂੰ ਦਰਸ਼ਨ ਦਿੱਤੇ ਨੇ ਤੇ ਗੱਲਬਾਤ ਹੋਈ। ਕਹਿੰਦੇ ਨੇ ਕਿ ਸਿੰਘਾਂ ਨੂੰ ਕਹਿ ਦਿਓ ਅਸੀਂ ਨੀਲਾ ਤੇ ਬਾਜ ਨਾਲ ਲੈ ਕੇ ਜਾ ਰਹੇ ਹਾਂ। ਤਾਂ ਮੈਂ ਆਪ ਜੀ ਨੂੰ ਮਹਾਰਾਜ ਦਾ ਸੁਨੇਹਾ ਦੇਣ ਆਇਆ ਕਿ ਮਹਾਰਾਜ ਜੀ ਇੱਥੇ ਹਾਜ਼ਰ ਨਾਜ਼ਰ ਨੇ। ਨੀਲਾ ਅਤੇ ਮਹਾਰਾਜ ਜੀ ਦਾ ਘੋੜਾ ਅਤੇ ਮਹਾਰਾਜ ਦਾ ਬਾਜ ਮਹਾਰਾਜ ਦੇ ਕੋਲ ਹੈ। ਇਹਨਾਂ ਨੂੰ ਇੱਕ ਸੰਤ
ਉਹ ਵੀ ਉੱਥੇ ਦਰਸ਼ਨ ਕਰਨ ਵਾਸਤੇ ਆਇਆ ਹੈ। ਸਾਰੇ ਦੇਵੀ ਦੇਵਤੇ ਉਹ ਮਹਾਰਾਜ ਜੀ ਨਾਲ ਆਪਣੀਆਂ ਆਪਣੀਆਂ ਪੁਰੀਆਂ ਤੱਕ ਗਏ ਨੇ। ਅੱਗੇ ਸੱਚਖੰਡ ਮਹਾਰਾਜ ਜੀ ਆਪ, ਉਹ ਮਹਾਰਾਜ ਕੇਵਲ ਆਪ ਤੇ ਆਪ ਹੀ ਗਏ ਨੇ। ਤੇ ਸੰਤ ਸਭਾ ਕਹਿ ਰਿਹਾ ਹੈ, ਕਹਿੰਦੇ ਮੈਨੂੰ ਮਹਾਰਾਜ ਜੀ ਦੇ ਦਰਸ਼ਨ ਹੋਏ ਨੇ। ਮਹਾਰਾਜ ਜੀ ਮੈਨੂੰ ਘੋੜੇ ਤੇ ਸਵਾਰ ਮਿਲੇ ਨੇ। ਕਹਿੰਦੇ ਭਾਈ ਆਹ ਸਿੰਘਾਂ ਧੰਨ ਹੈ ਤੂੰ ਦਰਸ਼ਨ ਕਰ, ਅਸੀਂ ਤੇਰੇ ਦਰਸ਼ਨ ਕਰੀਏ, ਕਿਉਂਕਿ ਤੂੰ ਸਾਧੂ ਹੈ, ਤੂੰ ਸੰਤ ਹੈ, ਸਾਨੂੰ ਤੇਰੇ ਦਰਸ਼ਨਾਂ ਦੀ ਲੋਚਨਾ ਹੈ। ਤੇ ਇਹ ਸਾਡੇ ਆਖਰੀ ਦਰਸ਼ਨ ਨੇ, ਅਸੀਂ ਹੁਣ ਸ਼ਿਕਾਰ ਕਰਕੇ ਜਾ ਰਹੇ ਹਾਂ। ਤੇ ਮਹਾਰਾਜ ਜੀ ਨੇ ਕਿਹਾ ਸਾਧੂ ਸੰਤ ਨੂੰ ਕਿ ਜਾ ਕੇ ਸਿੰਘਾਂ ਨੂੰ ਕਹਿ ਦਿਓ ਅਸੀਂ ਹਰ ਵਕਤ ਆਪਣੀ ਸੰਗਤ ਦੇ ਹਾਜ਼ਰ ਨਾਜ਼ਰ ਰਵਾਂਗੇ। ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਐਸੇ ਸ਼ਹਿਨਸ਼ਾਹ ਪਾਤਸ਼ਾਹ ਕਲਗੀਧਰ ਸਵਾਮੀ ਇਸ ਤਰ੍ਹਾਂ ਆਪ ਅਕਾਲ ਜੋਤ ਦੇ ਵਿੱਚ ਜੋਤ ਸਮਾ ਗਏ ਨੇ। ਓੰਕਾਰ ਆਕਾਰ ਆਪ ਹੈ, ਹੋਸੀ ਵੀ ਆਪੇ, ਉਹ ਆਪ ਉਪਾਵਨਹਾਰ ਹੈ। ਗੁਰ ਸ਼ਬਦੀ ਜਾਪੇ, ਖਿਨ ਮੈਂ ਢਾਏ ਉਸਾਰਦਾ, ਤਿਸ ਭਉ ਨ ਵਿਆਪੈ। ਕਲੀ ਕਾਲ ਗੁਰ ਸੇਵੀਐ, ਨਹਿ ਦੁਖ ਸੰਤਾਪੇ। ਸਭ ਜਗ ਤੇਰਾ ਖੇਲ ਹੈ, ਤੂੰ ਗੁਣੀ ਗਹਿਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 481 ਆਸਾ ਸ਼੍ਰੀ ਰਾਗ ਕਬੀਰ ਜੀਓ ਕੇ ਤਿਪ ਦੇ 8 2 ਤੁਕੇ 7 1 ਤੁਕਾ 1 ਇਕ ਓੰਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ ਆਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ, ਬਹਰ ਲਾਗੀ ਮਾਇਆ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ, ਬੀਜ ਨਾਹੀ ਬੋਇਆ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਸ਼੍ਰੀ ਕਬੀਰ ਜੀਓ ਕੇ ਇਹਨਾਂ ਤਿਪਤਿਆਂ 2 ਤੁਕਿਆਂ ਤੇ 1 ਤੁਕਿਆਂ ਦੇ ਸ਼ਬਦਾਂ 'ਚ ਕੱਲ ਇਸ ਸ਼ਬਦ ਦੀ ਰਹਾਉ ਦੀ ਪੰਕਤੀ, ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ। ਭਗਤ ਕਬੀਰ ਜੀ ਕਹਿ ਰਹੇ ਨੇ ਇਹ ਜੋ ਤੈਨੂੰ ਮਨੁੱਖਾ ਦੇਹੀ ਮਿਲੀ, ਇਹ ਤੇਰੇ ਪੂਰਬ ਜਨਮ ਦੇ ਤੂੰ ਜਿਹੜੇ ਕਰਮ ਬੀਜ ਕੇ ਧਰਤੀ ਤਿਆਰ ਕੀਤੀ ਹੈ, ਇਹ ਉਹਨਾਂ ਕਰਮਾਂ ਕਰਕੇ ਤੈਨੂੰ ਇਹ ਮਨੁੱਖਾ ਦੇਹੀ ਰੂਪ ਇਹ ਭੂਮੀ ਪ੍ਰਾਪਤ ਹੋਈ ਹੈ। ਪਰ ਇਹ ਮਨੁੱਖਾ ਦੇਹੀ ਭੂਮੀ 'ਚ ਕਾਰਜ ਨਹੀਂ ਕੀਤਾ। ਬੀਜ ਨਾਹੀ ਬੋਇਆ, ਨਾਮ ਰੂਪੀ ਬੀਜ ਅਬ ਕਲੂ ਆਇਓ ਰੇ, ਇਤ ਨਾਮ ਬੋਵੋ ਬੋਵੋ। ਇਹ ਨਾਮ ਬੀਜਣਾ ਹੈ, ਸਿਮਰਨ ਕਰਨਾ ਹੈ, ਹਰ ਵੇਲੇ ਪ੍ਰਮਾਤਮਾ ਨੂੰ ਆਪਣੇ ਧਿਆਨ 'ਚ ਲਾ ਕੇ ਯਾਦ ਕਰਨਾ ਹੈ। ਇਹ ਕਾਰਜ ਨਹੀਂ ਕੀਤਾ। ਰਹਾਉ। ਬਾਰਕ ਤੇ ਬਿਰਦ ਭਿਆ, ਹੋਣਾ ਸੋਇਆ। ਤੇਰੀ ਅਵਸਥਾ ਬਾਲਕ ਤੋਂ ਸਰੀਰ ਰੂਪ ਕਰਕੇ ਬਿਰਦ ਦੀ ਹੋ ਗਈ ਹੈ, ਬੁੱਢਾਪੇ ਦੀ ਹੋ ਗਈ ਹੈ, ਬੁੱਢਾ ਹੋ ਗਿਆ। ਇੰਨਾ ਸਮਾਂ ਤੇਰਾ ਲੰਘ ਗਿਆ। ਜੋ ਤੂੰ ਪਿਛਲਾ ਸਮਾਂ ਲੰਘ ਗਿਆ, ਉਹ ਤਾਂ ਜੋ ਹੋਣਾ ਸੀ ਉਹ ਹੋ ਗਿਆ, ਉਹ ਵਾਪਸ ਨਹੀਂ ਆ ਸਕਦਾ। ਜੋ ਹੋਣਾ ਸੋ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸਾਨੂੰ ਆਪਣੇ ਸ਼ਲੋਕਾਂ 'ਚ ਕਹਿ ਰਹੇ ਨੇ ਕਿ ਉਸ ਦੀ ਚਿੰਤਾ ਕਰਨੀ ਹੈ ਜੋ ਅਣਹੋਣੀ ਹੈ। ਜੋ ਅਣਹੋਣੀ ਹੋਏ, ਅਣਹੋਣੀ ਤਾਂ ਹੁੰਦੀ ਨਹੀਂ, ਹੋਣਾ ਸੋ ਹੋਇਆ। ਜੋ ਹੋਣਾ ਸੀ ਉਹ ਹੋ ਚੁੱਕਿਆ। ਹੁਣ ਉਹਦੇ ਵੱਲ ਧਿਆਨ ਕਰੇ, ਪਿੱਛੇ ਲੰਘੇ ਵੱਲ ਧਿਆਨ ਕਰੇ ਦਾ ਕੋਈ ਲਾਹਾ ਨਹੀਂ। ਤੂੰ ਬੱਚਾ ਸੀ, ਬੱਚੇ ਤੋਂ ਬੁੱਢਾ ਹੋ ਗਿਆ, ਪਰ ਇਸ ਅਵਸਥਾ ਤੋਂ ਬਦਲਦਿਆਂ ਤੱਕ ਕਰਮ ਭੂਮ ਬੀਜ ਨਹੀਂ ਬੋਇਆ। ਪਿੱਛੇ ਝਾਤੀ ਮਾਰ ਕੇ ਵੇਖ ਕਿਹੜਾ ਕੰਮ ਰਹਿ ਗਿਆ।
ਹੋਣਾ ਸੋ ਹੋਇਆ, ਜੋ ਲੰਘ ਗਿਆ ਉਹਦਾ ਪਛਤਾਵਾ ਨਾ ਕਰ, ਅੱਗੋਂ ਵਾਸਤੇ ਧਿਆਨ ਕਰ। ਮਹਾਰਾਜ ਕਹਿ ਰਹੇ ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ। ਜਿਹੜੀ ਲੰਘ ਗਈ ਪਿੱਛੇ ਉਹ ਹੋਣਾ ਸੋ ਹੋਇਆ, ਉਹ ਲੰਘ ਗਿਆ। ਤੇ ਹੁਣ ਕੀ ਕਰਨਾ? ਨਾਮ ਬੋਣਾ ਹੈ, ਨਾਮ ਬੀਜਣਾ ਹੈ। ਜਾ ਜਮ ਆਏ ਝੋਟ ਪਕੜੈ, ਤਬੈ ਕਾਹੇ ਰੋਇਆ। ਜਾ ਜਮ ਆਏ, ਜਦੋਂ ਜਮ ਆਉਂਦੇ ਨੇ ਫੜਨ ਲੈਣ ਵਾਸਤੇ, ਝੋਟ ਬੋਦੀ ਤੋਂ, ਕੇਸਾਂ ਦੀ ਬੋਦੀ ਤੋਂ ਪਕੜੇ, ਫਿਰ ਤੈਨੂੰ ਲਿਜਾਣਗੇ ਤੇਰੀ ਜੀਵ ਆਤਮਾ ਨੂੰ। ਤਬੇ ਕਾਹੇ ਰੋਇਆ, ਤੈਨੂੰ ਉਸ ਵੇਲੇ ਚੇਤਾ ਆਏਗਾ ਕਿ ਮੇਰਾ ਸਮਾਂ ਲੰਘ ਗਿਆ। ਮਾਫ ਕਰ ਦਿਓ, ਜਦੋਂ ਸਾਡੇ ਉੱਤੇ ਸਮਾਂ ਬਾਣਾ ਆਉਂਦਾ ਹੈ ਨਾ, ਬਿਮਾਰੀ ਆ ਜਾਂਦੀ ਹੈ, ਬੁਢੇਪਾ ਆ ਜਾਂਦਾ, ਫਿਰ ਆਉਂਦਾ ਵੀ ਉਹ ਇੰਨੇ ਮੈਂ ਐਵੇਂ ਹੀ ਕੱਢਤੇ। ਉਦੋਂ ਮੇਰੇ ਕੋਲ ਸਮਾਂ ਹੁੰਦਾ ਸੀ, ਵਿਹਲਾ ਹੁੰਦਾ ਸੀ, ਮੈਂ ਆ ਸੀ, ਪਰ ਉਦੋਂ ਕੋਈ ਫਾਇਦਾ ਨਹੀਂ, ਸਿਰਫ ਪਛਤਾਵਾ ਹੈ, ਰੋਣਾ ਹੈ। ਜੀਵਨ ਕੀ ਆਸ ਕਰਹਿ, ਜਮ ਨਿਹਾਰੈ ਸਾਸਾ। ਇਸ ਬੁਢਾਪੇ 'ਚ ਆ ਕੇ ਵੀ ਹਜੇ ਤੈਨੂੰ ਜੀਵਨ ਦੀ ਆਸ ਹੈ ਕਿ ਮੈਂ 2 ਸਾਲ ਹੋਰ 4 ਸਾਲ ਹੋਰ ਜੀਵਨ ਬਤੀਤ ਕਰ ਲਾਂ, ਪਰ ਅਕਾਲ ਪੁਰਖ ਕੀ ਚਾਹ ਰਹੇ ਨੇ? ਉਹ ਕਹਿੰਦੇ ਜਮ ਨਿਹਾਰੈ ਸਾਸਾ, ਤੇ ਜਮਦੂਤ ਤਾਂ ਤੇਰੇ ਸਾਹ ਗਿਣ ਰਹੇ ਨੇ, ਉਹ ਤਾਂ ਤੇਰੇ ਸਿਆਹ ਨੂੰ ਨਿਹਾਰ ਰਹੇ ਨੇ ਵੀ ਇੰਨੇ ਇਹਦੇ ਲੰਘ ਗਏ, ਬਾਕੀ ਇੰਨੇ ਰਹਿ ਗਏ। ਉਹ ਤਾਂ ਕਾਊਂਟ ਡਾਊਨ 'ਚ ਚੱਲੇ ਹੋਏ ਨੇ, ਉਹ ਤਾਂ ਪੁੱਠੀ ਗਿਣਤੀ ਗਿਣ ਰਹੇ ਨੇ ਵੀ ਆਵਣ ਇੰਨੇ ਘਟ ਗਏ, ਇੰਨੇ ਰਹਿ ਗਏ, ਇੰਨੇ ਰਹਿ ਗਏ। ਜੰਮ ਤਾਂ ਤੇਰੇ ਵੱਲ, ਮੌਤ ਤਾਂ ਤੇਰੇ ਵੱਲ ਬੈਕ ਡਾਊਨ 'ਚ ਜਾ ਰਹੀ ਹੈ। ਉਹ ਤੇਰੇ ਨੇ ਸਾਸਾਂ ਨੂੰ, ਸਵਾਸਾਂ ਨੂੰ ਜਿਹੜੇ ਰਹਿ ਗਏ ਨੇ ਉਹਨਾਂ ਦੀ ਗਿਣਤੀ ਗਿਣ ਰਹੀ ਹੈ, ਤੇ ਤੂੰ ਹਜੇ ਵੀ ਆਸ ਲਾਈ ਬੈਠਾ ਕਿ ਮੇਰਾ ਜੀਵਨ ਹੋਰ ਹੋ ਜਾਏ, ਥੋੜਾ ਸਮਾਂ ਮੈਂ ਹੋਰ ਜੀ ਲਾਂ। ਤੂੰ ਜੀਵਨ ਦੀ ਆਸ 'ਚ ਹੈ, ਪਰ ਜੰਮ ਤੇਰੇ ਸਾਹਾਂ ਨੂੰ, ਤੇਰੇ ਸਵਾਸਾਂ ਨੂੰ ਨਿਹਾਰ ਰਿਹਾ ਹੈ। ਬਾਜ਼ੀਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਭਗਤ ਕਬੀਰ ਜੀ ਕਹਿ ਰਹੇ ਨੇ ਇਹ ਜਗਤ ਬਾਜ਼ੀਗਰੀ ਹੈ। ਇਹ ਜੋ ਅਕਾਲ ਪੁਰਖ ਨੇ, ਇਹ ਉਸ ਨੱਟ ਦੀ, ਉਸ ਬਾਜ਼ੀਗਰ ਦੀ ਬਾਜ਼ੀਗਰੀ ਹੈ। ਤੇ ਹੁਣ ਨਾ ਪਾਸਾ ਤੇਰੇ ਹੱਥ 'ਚ ਹੈ, ਅਰਥਾਤ ਇਹ ਜਿਹੜਾ ਸਮਾਂ ਇਹ ਤੇਰੇ ਵਾਸਤੇ ਬੜਾ ਅਮੋਲਕ ਤੇ ਕੀਮਤੀ ਹੈ। ਮਹਾਰਾਜ ਕਹਿ ਰਹੇ ਨੇ ਕਿ ਇਹ ਜਿਹੜਾ ਜੀਵਨ ਹੈ ਨਾ, ਇਹ ਅਤੀ ਕੀਮਤੀ ਹੈ, ਔਰ ਇਹ ਤੇਰਾ ਸਮਾਂ ਵੀ ਆਖਰੀ ਹੈ, ਇਹ ਮੌਕਾ ਵੀ ਸੁਨਹਿਰੀ ਤੈਨੂੰ ਆਖਰੀ ਹੈ। ਇਹ ਹੈ ਚੇਤ ਢਾਲ ਪਾਸਾ। ਚੇਤਨਾ ਲੈ, ਥੋੜਾ ਸਮਝਦਾਰ ਬਣ, ਚੇਤ ਹੋ, ਸਮਝਦਾਰ ਬਣ। ਢਾਲ ਪਾਸਾ, ਹੱਥ ਤੇਰੇ ਵਿੱਚ ਹੁਣ ਮੌਕਾ ਹੈ, ਪਾਸਾ ਹੈ। ਇਸ ਨੂੰ ਆਪਣੀ ਮੁਕਤੀ ਵਾਸਤੇ ਨਾਮ ਜਪ, ਬਾਜ਼ੀਗਰੀ। ਇਹ ਸੰਸਾਰ ਜਿਹੜੀ ਹੈ ਨਾ, ਆਪਾਂ ਹੁਣੇ ਮਹਾਰਾਜ ਜੀ ਦੇ ਉਸਤਤ ਦੇ ਵਿੱਚ ਸ਼ਲੋਕ ਪੜ੍ਹਿਆ, ਸਭ ਜਗ ਤੇਰਾ ਖੇਲ ਹੈ। ਇਹ ਸਾਰਾ ਤੇਰਾ ਖੇਡ ਹੈ, ਇਹ ਬਾਜੀ ਹੈ, ਇਹ ਬਾਜ਼ੀਗਰੀ ਹੈ, ਉਹਦੀ ਖੇਡ ਹੈ ਇਹ। ਤੇ ਬਾਜ਼ੀਗਰ ਆਪ ਜਿਹੜਾ ਉਹ ਸਾਰੀ ਖੇਡ ਚਲਾ ਰਿਹਾ ਹੈ। ਅਗਲਾ ਸ਼ਬਦ ਆਸਾ ਰਾਗ ਦਾ। ਤਨ ਰਹਿਨੀ ਮਨ ਪੁਨ ਰਪ ਕਰ ਹਾਂ, ਪਾਂਚੋਂ ਤਤ ਬਰਾਤੀ। ਇਹ ਜੋ ਸ਼ਬਦ ਹੈ ਇਹ ਅਤੀ ਸੁੰਦਰ ਕਬੀਰ ਜੀ ਦੀ ਰਚਨਾ ਹੈ, ਅਤੀ ਸੁੰਦਰ। ਇਸ ਦੇ ਵਿੱਚ ਅਕਾਲ ਪੁਰਖ ਦੇ ਵਿੱਚ ਇਹ ਆਤਮਾ ਜਦੋਂ ਮਿਲਦੀ ਹੈ ਤੇ ਭਗਤਾਂ ਨੂੰ ਕੀ ਅਨੁਭਵ ਹੁੰਦਾ, ਕਿਸ ਤਰ੍ਹਾਂ ਦਾ ਅਨੁਭਵ ਹੁੰਦਾ? ਪਿੱਛੇ ਪੜ੍ਹਿਆ ਸੀ ਵੀ ਜਦੋਂ ਸਿਮਰਨ ਕਰਦਾ ਤੇ ਕਿਹੜੀਆਂ ਕਿਹੜੀਆਂ ਤਬਦੀਲੀਆਂ ਆਉਂਦੀਆਂ ਨੇ। ਹੁਣ ਭਗਤ ਜੀ ਬੜੇ ਹੀ ਗੁੱਝੇ ਅੱਖਰਾਂ 'ਚ ਇੱਕ ਦ੍ਰਿਸ਼ਟਾਂਤ ਤਾਂ ਵਿਆਹ ਦਾ ਬਣਾਇਆ, ਆਨੰਦ ਦਾ ਬਣਾਇਆ, ਆਨੰਦ ਕਾਰਜ ਦਾ ਬਣਾਇਆ, ਵਿਆਹ ਦੇ ਸਮੇਂ ਦਾ ਦ੍ਰਿਸ਼ਟਾਂਤ ਬਣਾਇਆ, ਬੜਾ ਸੁੰਦਰ। ਜੇ ਤਾਂ ਆਪਾਂ ਇਹਨੂੰ ਸੰਸਾਰ ਨਾਲ ਤੋਲਾਂਗੇ ਨਾ, ਸੰਸਾਰ ਨਾਲ ਜੋੜਾਂਗੇ, ਤੇ ਐਦਾਂ ਲੱਗੇਗਾ ਇੱਕ ਵਿਆਹ ਦਾ ਜ਼ਿਕਰ ਹੋ ਰਿਹਾ। ਤੇ ਮਹਾਰਾਜ ਜੀ ਦੀ ਇਹ ਅਗਾਧ ਬੋਧ ਬਾਣੀ ਹੈ। ਭਗਤ ਜੀ ਬੜੇ ਹੀ ਡੂੰਘੇ ਬਚਨ ਕਰ ਰਹੇ ਨੇ ਕਿ ਜਦੋਂ ਪੁਰਾਣੇ ਸਮੇਂ 'ਚ ਵਿਆਹ ਹੁੰਦੇ ਸੀ ਨਾ, ਤੇ ਪਹਿਲਾਂ ਆ ਜਿਹੜੇ ਬਸਤਰ ਨਾ, ਇਹ ਰੰਗੇ ਰੰਗਾਏ ਨਹੀਂ ਸੀ ਮਿਲਦੇ। ਹੁਣ ਵੀ ਕਈ ਬੀਬੀਆਂ, ਕਈ ਬੱਚੀਆਂ ਨਾ, ਵੀ ਉਹਨੇ ਜਿਹੜਾ ਮੇਰੇ ਰਾਜ ਜੀ ਦੇ ਨਾਲ ਵਿਆਹ ਹੋਣਾ, ਉਹਨੇ ਇਦਾਂ ਦੀ ਪੱਗ ਬੰਨਣੀ ਤੇ ਮੇਰੀ ਚੁੰਨੀ ਵੀ ਇਦਾਂ ਦੀ ਰੰਗਾ ਕੇ ਲਿਆਓ, ਮੇਰਾ ਲਹਿੰਗਾ ਵੀ ਇਦਾਂ ਦਾ ਤਿਆਰ ਕਰਾ ਕੇ ਲਿਆਓ। ਤੇ ਪੁਰਾਣੇ ਸਮੇਂ ਦੇ ਵਿੱਚ ਘਰੇ ਜਿਹੜਾ ਰੰਗ ਕਰਨ ਵਾਲਾ ਰੰਗੇਜ਼ ਹੈ ਨਾ, ਉਹਦੇ ਕੋਲ ਬਸਤਰ ਦਿੱਤੇ ਜਾਂਦੇ ਸੀ ਵੀ ਆਹ ਰੰਗ ਦੇ ਇਸ ਤਰ੍ਹਾਂ ਦੇ। ਪਹਿਲੇ ਦਿਨਾਂ 'ਚ ਇਹ ਕੰਮ ਹੁੰਦਾ ਸੀ। ਤੇ ਫਿਰ ਦੂਰੋਂ ਦੂਰੋਂ ਜਿਹੜੀਆਂ ਉਸ ਲੜਕੀ ਦੀਆਂ ਸਹੇਲੀਆਂ ਨੇ, ਜਿਹੜੀਆਂ ਵਿਆਹੀਆਂ ਗਈਆਂ ਨੇ, ਜਿਹੜੀਆਂ ਸੁਹਾਗਣਾਂ ਨੇ, ਉਹ ਆਉਂਦੀਆਂ ਸੀ, 2-2 3-3 ਰਾਤ ਬੈਠ ਕੇ ਸੁਹਾਗ ਗੀਤ ਉਹ ਗਾਉਂਦੀਆਂ ਸੀ।
ਮੰਗਲ ਚਾਰਾ ਗਾਉਂਦੀਆਂ ਸੀ, ਗੀਤ ਗਾਉਂਦੀਆਂ ਸੀ। ਤੇ ਫਿਰ ਉਹ ਸਾਰੀਆਂ ਕਿਰਿਆਵਾਂ ਜਿਹੜੀਆਂ ਨੇ ਭਗਤ ਜੀ ਨੇ ਇੱਥੇ ਜੋੜੀਆਂ ਨੇ। ਪਹਿਲਾ ਜਿਹੜਾ ਹੈ ਤਨ ਰੈਣੀ ਮਨ ਪੁਨ ਰਪ, ਇਹ ਪੁਨ ਰਪ ਅਕਸ਼ਰ ਜਿਹੜਾ ਹੈ ਮਹਾਰਾਜ ਜੀ ਦੀ ਬਾਣੀ 'ਚ ਕਈ ਵਾਰੀ ਆਇਆ, ਪਰ ਉੱਥੇ ਇਹ ਪੁਨ ਰਪ ਇਕੱਠਾ ਹੈ, ਸੰਧੀ ਛੇਦ ਨਹੀਂ ਹੈ। ਇੱਥੇ ਸੰਧੀ ਹੈ ਪੁਨ ਰਪ, ਪਰ ਬਾਕੀ ਥਾਂ ਤੇ ਪੁਨਰਪ ਇਕੱਠਾ ਹੈ। ਉੱਥੇ ਹੈ ਪੁਨਰਪ ਦਾ ਅਰਥ ਪੁਨ ਭੀ ਦੁਬਾਰਾ, ਇੱਥੇ ਪੁਨ ਰਪ ਦਾ ਅਰਥ ਹੈ ਪੁਨ ਹੈ ਬੜਾ ਕੀਮਤੀ, ਬੜਾ ਚੰਗਾ, ਰਪ ਹੈ ਰੰਗ ਦੇਣਾ, ਬੜਾ ਕੀਮਤੀ ਰੰਗ ਦੇਣਾ, ਬੜਾ ਸੁੰਦਰ ਚਮਕਦਾਰ ਰੰਗ ਦੇਣਾ, ਗੁਣਾ ਸਹਿਤ ਰੰਗ ਦੇਣਾ। ਤਨ ਰਹਿਣੀ, ਇਹ ਤਨ ਦੀ ਜਿਹੜਾ ਮਟਕੀ ਬਣਾਉਣੀ ਹੈ, ਮਟਕਾ ਜਿਹਦੇ 'ਚ ਰੰਗਣ ਵਾਲਾ ਉਹ ਤਨ ਦਾ ਬਣਾਉਣਾ ਹੈ। ਸਰੀਰ ਨੂੰ ਇੱਕ ਮਟਕੀ ਤਿਆਰ ਕਰਨੀ ਹੈ, ਇਹਦੇ 'ਚ ਰੈਣੀ ਮਟਕੀ ਤਨ। ਮਨ ਕੀ ਕਰਨਾ ਹੈ ਇਹਦੇ ਵਿੱਚ? ਪੁਨ ਰਪ, ਮਨ ਇਹਦੇ ਵਿੱਚ ਚੰਗੀ ਤਰ੍ਹਾਂ ਡੁਬੋ ਦੇਣਾ ਹੈ, ਗੜੁੱਚ ਕਰ ਦੇਣਾ ਹੈ, ਬਿਲਕੁਲ ਓਤ ਪੋਤ ਕਰ ਦੇਣਾ ਹੈ। ਫਿਰ ਰੰਗ ਕੀ ਕਰਨਾ ਹੈ ਇਹਦੇ ਤੇ? ਅਕਾਲ ਪੁਰਖ ਦੇ ਸਿਮਰਨ ਦਾ ਰੰਗ ਕਰਨਾ ਹੈ। ਹਾਂ ਹਾਂ ਪੁਨ ਰਪ ਕਰ ਹਾਂ, ਕਹਿੰਦੇ ਭਗਤ ਜੀ ਕਹਿੰਦੇ ਵੀ ਮੈਂ ਇੱਦਾਂ ਕੀਤਾ ਵੀ ਅਕਾਲ ਪੁਰਖ 'ਚ ਮਨ ਅਭੇਦ ਕੀਤਾ ਤੇ ਉਹਦੇ ਰੰਗ ਦੇ ਵਿੱਚ ਰੰਗਣਾ ਕੀਤਾ। ਇਸ ਤਨ ਦੀ ਮਟਕੀ ਬਣਾਈ ਹੈ। ਪੰਚੋਂ ਤਤ ਬਰਾਤੀ, ਇਸ ਵਿਆਹ ਦੇ ਮੇਰੇ ਆਨੰਦ ਘਰ 'ਚ ਇਹ ਜਦੋਂ ਪੁਰਾਣੇ ਮਹਾਂਪੁਰਖ ਸੰਥਿਆ ਕਰਦੇ ਸੀ, ਸੰਗਤ ਨਾਲ ਵਿਚਾਰ ਕਰਦੇ ਸੀ, ਸ਼ਬਦ ਅਨੁਸਾਰ ਉਥਾਨਕਾ ਜਿਹੜੀ ਤਿਆਰ ਕਰਦੇ ਸੀ। ਤੇ ਕਈਆਂ ਮਹਾਂਪੁਰਖਾਂ ਨੇ ਇਸ ਸ਼ਬਦ ਦੀ ਉਥਾਨਕਾ ਇਹ ਤਿਆਰ ਕੀਤੀ ਹੈ ਕਿ ਭਗਤ ਕਬੀਰ ਜੀ ਦੇ ਕੋਲ ਸੰਗਤ ਦੇ ਵਿੱਚ ਉਹਨਾਂ ਦਾ ਇੱਕ ਸੰਗਤ ਦਾ ਆਉਣ ਵਾਲਾ ਪ੍ਰੇਮੀ ਉਹ ਬੇਨਤੀ ਕਰਦਾ ਹੈ ਕਿ ਮੇਰੀ ਲੜਕੀ ਦੀ ਸ਼ਾਦੀ ਹੈ ਤੇ ਆਪ ਜੀ ਭਗਤ ਜੀ ਮੇਰੇ ਘਰ ਆਇਓ। ਤੇ ਭਗਤ ਜੀ ਕਹਿੰਦੇ ਨੇ ਵੀ ਭਾਈ ਸਾਡਾ ਤਾਂ ਆਪਣਾ ਵਿਆਹ ਹੈ, ਅਸੀਂ ਤਾਂ ਆਪਣਾ ਵਿਆਹ ਰੱਖਿਆ ਹੋਇਆ ਸਾਡਾ, ਅਸੀਂ ਤਾਂ ਆਪਣੇ, ਕਹਿੰਦਾ ਜੀ ਤੁਹਾਡੇ ਘਰ ਕਿਹੜਾ ਵਿਆਹ ਹੈ? ਕਹਿੰਦੇ ਭਾਈ ਸਾਡਾ ਵਿਆਹ ਹੈ। ਉਸ ਵਿਆਹ ਦਾ ਜ਼ਿਕਰ ਕਰ ਰਹੇ ਨੇ ਤਨ ਰਹਿਣੀ, ਵੀ ਮੇਰੇ ਘਰ ਵੀ ਵਿਆਹ ਹੈ, ਮੇਰੇ ਹਿਰਦੇ ਰੂਪੀ ਮੇਰੇ ਤਨ ਰੂਪੀ ਵਿਆਹ ਹੈ, ਉਸ ਦਾ ਜ਼ਿਕਰ ਕਰ ਰਹੇ। ਪੰਚੋਂ ਤਤ ਬਰਾਤੀ, ਕਿ ਜਿਹੜੇ ਪੰਜ ਤੱਤ ਨੇ ਸਰੀਰ ਜਿਨ੍ਹਾਂ ਤੋਂ ਸਰੀਰ ਬਣਿਆ, ਸਾਰਾ ਸੰਸਾਰ ਵੀ, ਸਾਰੀ ਜਗਤ ਵੀ, ਸਾਰੀ ਸ੍ਰਿਸ਼ਟੀ ਵੀ ਪੰਜਾਂ ਤੱਤਾਂ ਤੋਂ ਬਣੀ ਹੈ ਤੇ ਸਰੀਰ ਵੀ ਪੰਜਾਂ ਤੱਤਾਂ ਤੋਂ ਬਣਿਆ। ਇਸੇ ਕਰਕੇ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਬ੍ਰਹਿਮੰਡ ਦੀ ਰਚਨਾ ਉਹੀ ਇਸ ਸਰੀਰ ਦੀ ਰਚਨਾ, ਇੱਕੋ ਜੀ ਰਚਨਾ ਹੈ। ਤੇ ਪੰਜ ਤੱਤ ਜਿਹੜੇ ਨੇ ਨਾ ਭਗਤ ਜੀ ਕਹਿੰਦੇ ਮੈਂ ਬਰਾਤੀ ਬਣਾ ਲਏ ਨੇ, ਇਹ ਮੇਰੇ ਕਾਬੂ 'ਚ ਆਏ ਹੋਏ ਨੇ ਪੰਜੋ ਤੱਤ। ਤੇ ਪੰਜਾਂ ਤੱਤਾਂ ਦੀ ਖੁਸ਼ਬੂ ਜੇ, ਮਿੱਟੀ ਦੀ ਕਿਹੜੀ ਖੁਸ਼ਬੂ ਹੈ? ਜਦੋਂ ਮਿੱਟੀ ਦੇ ਉੱਤੇ ਸਿਮਰਨ ਹੋ ਹੀ ਜਾਏਗਾ ਨਾ, ਇਸ ਮਿੱਟੀ ਤੇ ਸਿਮਰਨ ਹੋ ਹੀ ਜਾਏਗਾ ਜਦੋਂ, ਇਹਦੇ ਵਿੱਚੋਂ ਫਿਰ ਮਿੱਠੇ ਬਚਨਾਂ ਦੀ ਸੁਗੰਧ ਹੈ। ਨਹੀਂ ਮੁਖ ਤੋਂ ਜਦੋਂ ਬਚਨ ਨਿਕਲਣੇ ਬੜੇ ਮਿੱਠੇ ਨਿਕਲਣੇ ਨੇ, ਜਿਹੜਾ ਸੁਣੇਗਾ ਆਨੰਦਮਈ ਹੋ ਜਾਏਗਾ। ਇਹ ਤੱਤ ਦੀ ਖੁਸ਼ਬੂ ਪੈਦਾ ਕਰ ਲਈ, ਅਰਥਾਤ ਤੱਤ ਨੂੰ ਬਰਾਤੀ ਬਣਾ ਲਿਆ ਹੈ। ਇਸੇ ਤਰ੍ਹਾਂ ਪੰਜ ਤੱਤ ਨੇ, ਜਲ ਹੈ, ਅਗਨੀ ਹੈ। ਤੋ ਭਗਤ ਜੀ, ਭਗਤ ਕਬੀਰ ਜੀ ਕਹਿ ਰਹੇ ਮੈਂ ਪੰਚੋਂ ਤੱਤ ਬਰਾਤੀ, ਇਹ ਮੈਂ ਪੰਜੋ ਤੱਤ ਜਿਹੜੇ ਨੇ ਇਹਨਾਂ ਨੂੰ ਸਿਮਰਨ ਕਰ ਕਰਕੇ ਬਰਾਤੀ ਬਣਾ ਲਿਆ, ਅਰਥਾਤ ਸਜਾਤ ਹੈ, ਇਹਨਾਂ ਨੂੰ ਡਰੈਸਅਪ ਕਰਤਾ ਹੈ, ਬੜੇ ਅੱਛੇ ਕੱਪੜੇ ਪਵਾਤੇ ਨੇ ਤਾਂ ਕਿ ਮੇਰੇ ਪ੍ਰਭੂ ਦੇ ਮੇਲ ਦੇ ਸਮੇਂ ਇਹ ਪੰਜੋ ਤੱਤ ਸੋਹਣੇ ਲੱਗਣ, ਇਹ ਜਚਣ ਪੰਜੋ ਤੱਤ। ਰਾਮ ਰਾਏ ਸੋ ਭਾਵਰ ਲੈ ਹੋਂ, ਰਾਮ ਰਾਏ ਅਕਾਲ ਪੁਰਖ, ਉਹ ਕਰਤਾ ਪੁਰਖ ਜਿਹੜਾ ਰਮਿਆ ਹੋਇਆ, ਤੇ ਰਾਏ ਹੈ ਜਿਹੜਾ ਸਾਰਿਆਂ ਤੋਂ ਉੱਪਰ ਰਾਜਾ ਹੈ, ਜਿਹੜਾ ਸਭ ਤੋਂ ਵੱਡਾ ਰਾਜਾ ਅਕਾਲ ਪੁਰਖ ਹਰੀ ਪਰਮੇਸ਼ਰ, ਉਹ ਰਾਮ ਰਮਿਆ ਹੋਇਆ ਰਾਮ, ਮੈਂ ਉਹਦੇ ਨਾਲ ਭਾਵਰ ਲੈਣੇ ਨੇ, ਭਾਵਰ ਫੇਰੇ ਲੈਣੇ ਨੇ। ਫੇਰੇ ਕਿਹਦੇ ਨਾਲ ਲੈਣੇ ਨੇ? ਉਸ ਅਕਾਲ ਪੁਰਖ ਨਾਲ, ਪ੍ਰਭੂ ਪਰਮੇਸ਼ਰ ਸਿਉਂ ਨਾਲ ਭਾਵਰ ਲੈ ਹੋਂ, ਮੈਂ ਲੈਣੇ ਨੇ। ਆਤਮ ਤੇ ਰੰਗ ਰਾਤੀ, ਇਸ ਕਰਕੇ ਮੈਂ ਆਪਣੀ ਆਤਮਾ ਨੂੰ ਉਹਦੇ ਰੰਗ 'ਚ ਰੰਗਿਆ ਪਹਿਲਾਂ। ਅੱਜ ਕੱਲ੍ਹ ਵੀ ਬੱਚੀਆਂ ਕਹਿੰਦੀਆਂ ਨੇ ਵੀ ਜੀ ਆ ਜਿਹੜਾ ਉਸੇ ਰੰਗ ਦਾ ਬਣਾਓ, ਪਹਿਲਾਂ ਉੱਧਰ ਪੁੱਛ ਲਓ ਵੀ ਕਿਹੜੇ ਕੱਪੜੇ ਪਾਉਣੇ, ਮੈਂ ਵੀ ਉੱਦਾਂ ਦੇ ਹੀ ਖਰੀਦਣੇ ਨੇ, ਉੱਦਾਂ ਦੇ ਹੀ ਪਾਉਣੇ ਨੇ। ਇੱਥੇ ਉੱਥੇ ਆਪਾਂ ਕੱਪੜਿਆਂ ਦੇ ਰੰਗ ਮਿਲਾਉਂਦੇ ਆ, ਭਗਤ ਜੀ ਕਹਿੰਦੇ ਪਹਿਲਾਂ ਇੱਥੇ ਆਤਮਾ ਦਾ ਰੰਗ ਮਿਲਾਉਣਾ। ਆਤਮਾ ਦਾ ਰੰਗ ਕੀ ਹੈ? ਜੋ ਗੁਣ ਅਕਾਲ ਪੁਰਖ 'ਚ ਨੇ ਉਹੀ ਗੁਣ ਇਸ ਸਰੀਰ 'ਚ ਆ ਜਾਣ, ਦਇਆ ਧਰਮ ਨਿਸ਼ਠਾ ਪ੍ਰੇਮ, ਉਹੀ ਗੁਣ ਅੰਦਰ ਆ ਜਾਣ। ਮੈਂ ਕਹਿੰਦੇ ਇਸ ਤਰ੍ਹਾਂ ਮੈਂ ਆਪਣੀ ਆਤਮਾ ਨੂੰ ਰੰਗਣਾ ਕੀਤਾ ਹੈ। ਆਤਮ ਤੇ ਉਸ ਦੇ ਕਿਦੇ ਪਤੀ ਦੇ ਰੰਗ ਦੇ ਵਿੱਚ ਕੀ ਕੀਤਾ? ਰਾਤੀ ਰੱਤੀ ਹੈ, ਰੰਗਿਆ ਹੈ। ਗਾਓ ਗਾਓ ਰੀ ਦੁਲਨੀ ਮੰਗਲ ਚਾਰਾ, ਕਹਿੰਦੀਆਂ ਮੇਰੀਆਂ ਸਹੇਲੀਓ, ਜਿਹੜੀਆਂ ਸੁਹਾਗਣ ਸਹੇਲੀਓ, ਤੁਸੀਂ ਗਾਓ ਗਾਓ ਪ੍ਰਭੂ ਦੇ ਗੁਣ ਗਾਓ, ਮੰਗਲ ਚਾਰ ਕਰੋ, ਤੁਸੀਂ ਸੁਹਾਗ ਗੀਤ ਗਾਓ। ਇੱਥੇ ਦੁਲਨੀ ਕਿਹੜੀ ਹੈ? ਇਹ ਪੰਜਾਂ ਤੱਤਾਂ ਦੇ ਵਿੱਚੋਂ ਨਿਕਲੇ ਜਿਹੜੇ ਪੰਜ ਗੁਣ ਨੇ ਉਹ ਸੁਹਾਗਣ ਦੇ ਗੁਣ ਨੇ।
ਉਹ ਸੁਹਾਗਵੰਤੀਆਂ ਦੇ ਗੁਣ ਨੇ। ਉਹਨਾਂ ਨੂੰ ਕਿਹਾ ਕਿ ਇਹ ਪੰਜੋ ਗੁਣ ਜਿਹੜੇ ਪੰਜੋ ਇੰਦਰੀਆਂ ਦੇ ਨਾਲ ਸੰਬੰਧਿਤ ਨੇ, ਹੱਥ ਨਾਲ ਸੰਬੰਧਿਤ ਹੈ ਸਪਰਸ਼। ਭਗਤ ਜੀ ਕਹਿੰਦੇ ਮੈਂ ਇਸ ਇੰਦਰੀ ਦਾ ਸਪਰਸ਼ ਕਿੱਥੇ ਕੀਤਾ, ਇਹ ਕਿੱਥੋਂ ਇਹਨੂੰ ਮੈਨੂੰ ਆਨੰਦ ਆਇਆ, ਕਿੱਥੋਂ ਇਹ ਮੰਗਲਨੀ ਦੁਲਹਨੀ ਬਣਾ ਇਹ ਮੇਰਾ ਤਤ। ਕਹਿੰਦੇ ਇਹ ਜਦੋਂ ਸਪਰਸ਼ ਅਕਾਲ ਪੁਰਖ ਨਾਲ ਹੋਇਆ, ਜਦੋਂ ਸੁਰਤੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਾਂਗੇ, ਉਹਨਾਂ ਦੇ ਚਰਨਾਂ ਨੂੰ ਸਪਰਸ਼ ਕਰਾਂਗੇ ਨਾ, ਤੇ ਇਹ ਸਪਰਸ਼ ਦਾ ਜਿਹੜਾ ਗੁਣ ਹੈ ਨਾ ਉਦੋਂ ਦੁਲਹਨ ਵਰਗਾ ਹੋ ਜਾਏਗਾ, ਸੁਹਾਗਵਤੀ ਹੋ ਜਾਏਗਾ। ਅਰਥਾਤ ਇਹ ਕਿਰਿਆ, ਇਹ ਕਰਮ ਸੁਰਤੀ ਦਾ, ਇਹ ਸੁਭਾਏਮਾਨ ਬੜਾ ਗੁਣਵਾਨ ਹੋ ਜਾਏਗਾ। ਇਹ ਦੁਲਨੀਆਂ ਜਿਹੜੀਆਂ ਨੇ ਪੰਜੋ, ਕਈ ਇਸ ਨਿਧਿਆਸਨ ਜਿਹੜਾ ਹੈ, ਕਈਆਂ ਨੇ ਜੋ ਸੰਪਰਦਾਇਕ ਵਿਦਵਾਨ ਨੇ ਉਹਨਾਂ ਨੇ ਕਈਆਂ ਨੇ ਇੱਦਾਂ ਵੀ ਜ਼ਿਕਰ ਕੀਤਾ ਵੀ ਨਿਧਿਆਸਨ ਮੰਨਣ ਹੈ, ਇਹ ਪੰਜ ਗੁਣ ਨੇ ਜਿਹੜੇ, ਇਹ ਪੰਜੋ ਗੁਣ ਜਿਹੜੇ ਨੇ ਦੁਲਹਨ ਵਾਂਗੂ, ਉਹ ਉਸ ਵੇਲੇ ਭਗਤ ਜੀ ਕਹਿੰਦੇ ਮੇਰੇ ਨਾਲ ਸੋਭ ਰਹੇ ਨੇ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਪਤਾਰਾ ਅਰਥਾਤ ਪਤੀ, ਰਾਜਾ ਰਾਮ ਪ੍ਰਮਾਤਮਾ ਰਮਿਆ ਹੋਇਆ, ਉਹ ਜੋ ਸਰਬ ਗੁਣਾਂ ਦਾ ਮਾਲਕ ਰਾਜਾ ਹੈ, ਅਕਾਲ ਪੁਰਖ, ਉਹ ਮੇਰੇ ਗ੍ਰਹਿ ਅੰਦਰ ਆਏ ਹਨ। ਆਪਾਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਉੱਥੇ ਵੀ ਇੱਦਾਂ ਦੇ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਕਿ ਅੱਜ ਮੇਰੇ ਅੰਦਰ ਪ੍ਰਮਾਤਮਾ ਤੁਸੀਂ ਆਏ ਹੋ, ਤੁਸੀਂ ਹਾਜ਼ਰ ਹੋਏ ਹੋ। ਤੇ ਇਸੇ ਤਰ੍ਹਾਂ ਦੇ ਭਗਤ ਜੀ ਬਚਨ ਕਹਿ ਰਹੇ ਨੇ ਕਿ ਜਦੋਂ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੁੰਦਾ ਹੈ ਨਾ, ਤੇ ਇੱਦਾਂ ਪ੍ਰਤੀਤ ਹੁੰਦਾ ਕਿ ਇਹ ਛੋਟਾ ਜਿਹਾ ਅੰਸ਼ ਇੱਥੇ ਬਿਰਾਜਮਾਨ ਹੈ ਤੇ ਐਡਾ ਵੱਡਾ ਅੰਸ਼ ਪਤੀ ਪਰਮੇਸ਼ਰ ਉਹ ਆਪ ਆ ਰਿਹਾ ਇਸ ਆਤਮਾ ਨੂੰ ਵਿਆਹੁਣ ਵਾਸਤੇ। ਰਹਾਉ ਨਾਭ ਕਮਲ ਮੈਂ ਬੇਦੀ ਰਚ ਲੇ। ਹੁਣ ਜਦੋਂ ਪੁਰਾਣੇ ਵਿਆਹ ਹੁੰਦੇ ਸੀ ਨਾ, ਤੇ ਚਾਰ ਪਿੱਲਰ ਖੜੇ ਕਰਕੇ, ਚਾਹੇ ਕੇਲਿਆਂ ਦੇ ਦਰਖਤ ਦੇ ਚਾਹੇ ਕਾਹਦੇ, ਤੇ ਵਿੱਚ ਵੇਦੀ ਬਣਾਈ ਜਾਂਦੀ, ਅੱਜ ਕੱਲ੍ਹ ਵੀ ਬਣਾਉਂਦੇ ਨੇ। ਤੋ ਕਹਿੰਦੇ ਮੈਂ ਕਿਹੜੀ, ਭਗਤ ਜੀ ਕਹਿੰਦੇ ਮੈਂ ਕਿਹੜੀ ਬੇਦੀ ਬਣਾਈ ਹੈ, ਨਾਭ, ਨਾਭੀ, ਧੁਨੀ। ਧੁਨੀ ਨਾ ਸਾਡੇ ਅੰਦਰ ਸਾਜ ਹੈ ਇੱਕ, ਜਿਵੇਂ ਬਾਹਰ ਸਾਜ ਨੇ ਨਾ ਸਾਰੇ, ਅਕਾਲ ਪੁਰਖ ਜੀ ਨੇ ਸਰੀਰ ਪੂਰਨ ਬਣਾਇਆ, ਇਹਦੇ ਅੰਦਰ ਸਾਜ ਵੀ ਲਾਇਆ। ਉਹ ਸਾਜ ਕਿਹੜਾ, ਧੁਨੀ। ਤੇ ਜਦੋਂ ਇਹ ਧੁਨੀ ਦੇ ਵਿੱਚੋਂ ਹੁਣ ਆਵਾਜ਼ ਪੈਦਾ ਹੋ ਰਹੀ ਨੇ, ਇਹਦੇ ਵਿੱਚੋਂ ਪੈਦਾ ਹੋ ਰਹੀ। ਆਪਣੇ ਘਰੇ ਜਦੋਂ ਕੋਈ ਸਮਾਗਮ ਹੁੰਦਾ, ਕੀਰਤਨ ਹੁੰਦਾ, ਤੇ ਹਾਰਮੋਨੀਅਮ ਪਿਆ ਹੁੰਦਾ, ਤੇ ਬੱਚੇ ਵੇਖਦੇ ਨੇ ਵੀ ਹੁਣ ਕੋਈ ਦੇਖ ਨਹੀਂ ਰਿਹਾ, ਤੇ ਜਾਂਦੇ ਨੇ ਕੋਲ ਖੋਲ ਲੈਂਦੇ ਨੇ ਤੇ ਉਹਨੂੰ ਵਜਾਉਣਾ ਸ਼ੁਰੂ ਕਰ ਦਿੰਦੇ ਨੇ। ਉਹ ਵੱਜਦਾ ਤਾਂ ਹੈ ਸਾਜ, ਧੁਨੀ ਵੱਜਦੀ ਤਾਂ ਹੈ, ਪਰ ਕਿਸੇ ਸੰਗੀਤ 'ਚ ਨਹੀਂ ਵੱਜਦੀ, ਕਿਸੇ ਲੈਅ 'ਚ ਨਹੀਂ ਵੱਜਦੀ। ਇਹ ਹੀ ਸਾਡਾ ਹੈ, ਸਾਡੇ ਅੰਦਰ ਧੁਨੀ ਹੈ, ਉਹ ਵੱਜ ਰਹੀ ਹੈ, ਉਹ 'ਚੋਂ ਸਵਾਸ ਨਿਕਲ ਰਹੇ ਨੇ, ਉਹ 'ਚੋਂ ਆਵਾਜ਼ ਨਿਕਲ ਰਹੀ ਹੈ, ਉਹ ਚੱਕਰਾਂ 'ਚੋਂ ਬਾਹਰ ਹੋ ਕੇ ਹਿਰਦੇ ਚੱਕਰ 'ਚੋਂ ਤੇ ਕੰਠ ਚੱਕਰ 'ਚੋਂ ਆ ਰਹੀ ਹੈ, ਪਰ ਉਹ ਕਿਸੇ ਲੈਅ ਦੇ ਵਿੱਚ ਨਹੀਂ ਹੈ, ਉਹ ਕਿਸੇ ਅਨੰਦ ਨਾਦ ਦੇ ਨਾਲ ਮਿਲ ਨਹੀਂ ਰਹੀ ਹੈ, ਉਹਦੀ ਫ੍ਰੀਕੁਐਂਸੀ ਮੈਚ ਨਹੀਂ ਕਰ ਰਹੀ ਹੈ। ਤੇ ਜਦੋਂ ਸਿਮਰਨ ਕਰਾਂਗੇ ਸੰਗਤ ਦੇ ਵਿੱਚ ਬੈਠ ਕੇ, ਸੰਗਤ ਦਾ ਇਹੀ ਲਾਹਾ ਹੈ ਕਿ ਆਪ ਦੇ ਕੋਲੋਂ ਬੈਠ ਕੇ ਨਹੀਂ ਇਹ ਮੈਚ ਹੋਣੀ, ਲੱਖ ਜੋਰ ਲਾ ਲਈਏ, ਪਰ ਜਦੋਂ ਸੰਗਤ 'ਚ ਬੈਠਾਂਗੇ, ਇਕੱਠੇ ਰਲ ਕੇ ਕਰਾਂਗੇ, ਤਾਂ ਇੱਕ ਦੀ ਸੁਰਤੀ ਦੂਜੇ ਦੀ ਸੁਰਤੀ ਉਹ ਸਾਨੂੰ ਸਹਾਇਕ ਹੋਏਗੀ। ਤੇ ਇਹ ਜਿਹੜਾ ਧੁਨੀ, ਜਿਹੜੀ ਨਾਭ ਕਮਲ ਮੈਂ, ਇਹ ਨਾਭੀ ਦਾ ਜਿਹੜਾ ਕਮਲ ਵਾਂਗੂ ਖਿੜਿਆ ਹੋਇਆ, ਖਿੜੇਗਾ ਪਤਾ ਕਦੋਂ ਇਹ ਹੁਣ ਉਲਟਾ ਪਿਆ। ਬਾਣੀ ਲਿਖਦੀ ਹੁਣ ਇਹ ਉਲਟਾ, ਮੂੰਹ ਇਹਦਾ ਮੁੱਖ ਨੀਚੇ ਪਿਆ, ਹਜੇ ਇਹਦੇ 'ਚ ਖਿਲਾਵ ਨਹੀਂ ਆਇਆ, ਇਹ ਕਮਲ ਵਾਂਗੂ ਖਿੜਿਆ ਨਹੀਂ। ਪਰ ਜਦੋਂ ਉੱਪਰ ਲਿਜਾਵਾਂਗੇ, ਜਿਵੇਂ ਮਹਾਂਪੁਰਖ ਦੱਸਦੇ ਨੇ ਕਿ ਆਹ ਕੰਠ ਤੋਂ ਉੱਪਰ, ਫਿਰ ਇੱਥੋਂ ਆਹ ਤ੍ਰਿਕੁਟੀ ਜਿੱਥੇ ਬਿੰਦੀ ਲਾਉਂਦੇ ਆ ਤੋਂ ਉੱਪਰ, ਜਦੋਂ ਇਹਨੂੰ ਇੱਦਾਂ ਉੱਪਰ ਲਿਜਾਵਾਂਗੇ ਨਾ, ਤਾਂ ਉਹ ਜਿਹੜਾ ਪੁੱਠਾ ਹੋਇਆ ਕਮਲ ਹੌਲੀ ਹੌਲੀ ਉੱਪਰ ਨੂੰ ਆਉਣਾ ਸ਼ੁਰੂ ਹੋ ਜਾਏਗਾ, ਖੁੱਲਣਾ ਸ਼ੁਰੂ ਹੋ ਜਾਏਗਾ। ਉਹ ਜਿਹੜਾ ਖੁੱਲੂਗਾ ਨਾਭੀ ਦੇ ਵਿੱਚ ਖੁੱਲੂਗਾ, ਉਹਦਾ ਜ਼ਿਕਰ ਕਰ ਰਹੇ ਨੇ, ਨਾਭ ਕਮਲ ਮੈਂ। ਉਸ ਨਾਭ ਰੂਪੀ ਕਮਲ ਦੇ ਵਿੱਚ ਕਹਿੰਦੇ ਮੈਂ ਬੇਦੀ ਬਣਾ ਲਈ ਹੈ। ਆਪਾਂ ਜਿਹੜਾ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਪਿਆਣਾ ਪੁਰਬ ਦਾ ਭਾਈ ਸੰਤੋਖ ਸਿੰਘ ਜੀ ਦੇ ਬਚਨ ਸੁਣੇ ਨੇ ਨਾ, ਉੱਥੇ ਵੀ ਜ਼ਿਕਰ ਆਇਆ ਕਿ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠੇ ਨੇ, ਆਪਣੀ ਨਾਭੀ ਕਮਲ ਦੇ ਵਿੱਚੋਂ ਹੀ ਪ੍ਰਕਾਸ਼ ਪੈਦਾ ਕੀਤਾ, ਤੇ ਉਸ ਪ੍ਰਕਾਸ਼ ਪੈਦਾ ਕਰਨ ਤੋਂ ਬਾਅਦ ਇਹ ਪੰਜੋ ਤੱਤ ਜਿਹੜੇ ਨੇ ਉਹ ਦ੍ਰਿਸ਼ਟਮਾਨ ਹੋਣੇ ਬੰਦ ਹੋ ਗਏ ਨੇ। ਅਰਥਾਤ ਭਗਤ ਜੀ ਕਹਿੰਦੇ ਮੈਂ ਉਸ ਧੁਨੀ ਤੋਂ, ਨਾਭ ਕਮਲ ਤੋਂ ਇਹ ਬੇਦੀ ਤਿਆਰ ਕਰ ਲਈ ਹੈ। ਬ੍ਰਹਮ ਗਿਆਨ ਉਚਾਰਾ, ਤੇ ਬੇਦੀ ਤਿਆਰ ਕਿਵੇਂ ਕੀਤੀ ਹੈ? ਅਕਾਲ ਪੁਰਖ ਬ੍ਰਹਮ ਸਰੂਪੀ ਬ੍ਰਹਮ ਦੇ ਗਿਆਨ ਨੂੰ ਮੁਖ ਤੋਂ ਉਚਾਰਿਆ ਹੈ, ਯਾਦ ਕੀਤਾ ਹੈ, ਪੜ੍ਹਿਆ ਹੈ। ਉਸ ਅਕਾਲ ਪੁਰਖ ਦੇ ਬ੍ਰਹਮ ਗੁਣਾਂ ਨੂੰ ਮੁਖ ਤੋਂ ਉਚਾਰਦਿਆਂ ਮੇਰੇ 'ਚ ਇਹ ਤਬਦੀਲੀ ਆਈ, ਜਿਵੇਂ ਸਿਮਰਨ ਕਰਦਿਆਂ ਅਕਾਲ ਪੁਰਖ ਜੀ ਦਾ ਇਹ ਤਬਦੀਲੀ ਆਈ। ਭਗਤ ਜੀ ਕਹਿੰਦੇ ਮੈਂ ਬ੍ਰਹਮ ਗੁਣਾਂ ਨੂੰ ਉਚਾਰਿਆ ਹੈ, ਬ੍ਰਹਮ ਦੇ ਗੁਣਾਂ ਨੂੰ ਉਚਾਰਿਆ। ਆਪਾਂ ਜਦੋਂ ਬੈਠਦੇ ਹਾਂ ਨਾ, ਸੰਸਾਰ ਦੇ ਗੁਣਾਂ ਨੂੰ ਉਚਾਰਦੇ ਹਾਂ,
फलाना बड़ा चुस्त है, फलाना बड़ा तेज है, उन्होंने बड़ा पता है, उन्होंने आ बैंक के काम पता नहीं। असी संसार के गुण उचारते हैं। भगत जी कहते जो ब्रह्म के गुण उचारेगा, जो ब्रह्म ज्ञान उचारेगा, तो ब्रह्म ज्ञान किवें उचारना? आ बाणी सारी ब्रह्म स्वरूप है, ये सारी बाणी ब्रह्म ज्ञान है, इस तो उपर होर कोई ब्रह्म ज्ञान है ही नहीं। जिन्ने मर्जी ग्रंथ हो गए ने, जिन्नियां मर्जी सिमरतियां हो गई ने, पर इस तो उपर कोई नहीं है। मेरे नाल एक वीरवंत शास्त्री जी सनौर करया करदे सी हिंदी दी, ਉਹ ਮੈਨੂੰ ਅੱਜ ਜਾਂਦਿਆਂ ਜਾਂਦਿਆਂ ਸਵੇਰੇ ਇੱਥੇ ਮਿਲ ਗਏ ਤੇ ਮੇਰਾ ਮਨ ਕੀਤਾ ਇਹਨਾਂ ਨੂੰ ਬਿਠਾ ਲਾਂ, ਇਹਨਾਂ ਕੋਲੋਂ ਵੀ ਕੁਛ ਨਾ ਕੁਛ ਮਿਲ ਜੂਗਾ। ਤੇ ਜਦੋਂ ਕਾਰ 'ਚ ਬਰਾਬਰ ਬੈਠੇ ਕਹਿੰਦੇ ਮੈਨੂੰ ਨਾਭੇ ਤੱਕ ਲੈ ਜਾਓ, ਉੱਥੇ ਮੇਰੀ ਪੋਸਟਿੰਗ ਹੈ। ਤੇ ਮੈਂ ਰਸਤੇ 'ਚ ਪੁੱਛਿਆ ਵੀ ਵੀਰਵੰਤ ਸ਼ਾਸਤਰੀ ਜੀ ਵੀ ਤੁਹਾਨੂੰ ਅਕਾਲ ਪੁਰਖ ਜੀ ਨੇ ਕੀ ਬਖਸ਼ਿਸ਼ਾਂ ਕੀਤੀਆਂ, ਬੜਾ ਸਮਾਂ ਹੋਇਆ ਮੇਲ ਨਹੀਂ ਹੋਇਆ। ਕਹਿੰਦੇ ਜੀ ਮੈਂ 3 ਵੇਦ ਪੂਰੇ ਪੜ੍ਹ ਲਏ ਨੇ, 4 ਚੋਂ 3 ਪੂਰੇ ਪੜ੍ਹ ਲਏ ਨੇ। 3 ਕਹਿੰਦੇ मैं वेद पूरे पढ़ लेने, अथर्वण वेद पढ़ लिया, सामवेद पढ़ लिया, तो ऋग्वेद मेरा समाप्त होने वाला। मैं कहा जी अर्था समेत पढ़िया? कहते हाँ अर्थां नाल पढ़िया। हुण पढ़ना भी बड़ा औखा जे, ते एडी दुनिया खलकत वसदी है, मेरे ख्याल कोई भागां वाला होएगा जिहने तीनों पढ़ लए होण। ते मैं कहा जी तुसीं तां बड़ी सेवा कीती अकाल पुरख जी दी। कहते हजे मेरा एक रहिंदा, ते वो जदों एक पूरा हो जाएगा, मैं कहा फिर मैनूं भी उहदे चों कुछ दे दिओ। तो फिर इन्ना विचार करते हाँ साडा जिहड़ा स्थान आ गया उन्हां नाल। मैं आप जी नूं ये जिक्र तां कर रहा कि ब्रह्म ज्ञान उचारना है। वो ब्रह्म ज्ञान वो मैनूं की कहंदे ने, वो उतरन वेले मैनूं कहंदे जिहड़े तुहाडे घर कहंदे कीर्तन हुंदा सी, तुसीं बुलाया सी मैनूं ना, ये वेदां दा ज्ञान कहंदे उन्हां तों तां किते ही घट है। आ बचन उतरदे कहे ने उन्होंने, महाराज की हाजरी च बचन कह रहा तुहानूं भी उतरन वेले कहंदे कहंदे जिहड़े तुहाडे घर उत्थे कथा कीती सी, महापुरखा ने कीर्तन होया सी, कहंदे ये जिहड़े मैं जिन्ने ग्रंथ पढ़ लए ने ना उन्ना रस नहीं आया। कहंदे तो ब्रह्म ज्ञान उचारना है, जिस तरह वो रूहां कर रही ने अज भी कर रही ने, तो आपां भी उस तरह करना है। बाणी बार बार पढ़नी है, बार बार सीखनी है। हुण किन्नी वारी महापुरखा ने किन्नी मेहनत नाल सानूं तैयार करके दिते ने ग्रामर दे रूल, पर माफ कर दो मैं भी घर जाके जो सुनदा ना तो फिर नोट करदा भी आ इन्नियां गलतियां तो तू आप ही कीतियां ने। आपां पढ़दे नहीं, आपां अभ्यास नहीं करते। ब्रह्म ज्ञान यही अभ्यास करना है, यही उचारना है। राम राय सो दूलो पायो, आस बड़ भाग हमारा। कहने मैं दूल्हा केड़ा पाया? दूल्हा मैं केड़ा दूल्हा पाया? कहने मेरा दूल्हा राम राय है। मैं अकाल पुरख नूं पति मान लिया। आपां सारियां जीव इस्त्रियां ते अकाल पुरख जी की ने साडे पति ने, इक्को ही परमेश्वर है, इक्को ही पुरख है, सगली नार सबाई, बाकी सारियां ने आपां जीव आत्मा नारियां ओदियां, ते वो इक्को पुरख है। कहंदे मैं भगत कबीर जी कह रहे ने, कहंदे मैं उहनूं दूल्हा बना लिया है। आस बड़ भाग हमारा, कहंदे ये मेरे वड्डे भाग ने, मैनूं सब तो श्रेष्ठ दूल्हा मिलिया। आ बीबियां भी कई वारी ना विआह हो जाता ना, फिर सहेलियां पुछदियां, कहंदे मैनूं तो वो सारियां तो वधिया मिलिया जिहड़ा मेरे वाला। ये कह रहे ने शुकराने की भावना इहदे विच, इहदे च सानूं शुकराना सिखा रहे ने भी सानूं गुरु ग्रंथ साहिब जी महाराज तुसीं सानूं अपने गोद च बिठाया, साडे वड्डे भाग ने। अस बड़ भाग हमारा, सुर नार मुन जन कौतक आए। कहंदे ये जिहड़ा मेल हो रहा आत्मा परमात्मा दा ना, इस शुभ लगन च इस समागम च कौन कौन आए? सुर नार मुन। इथों एक बड़ी सोहनी सानू सोझी मिलती है भी ये आत्मा ते परमात्मा दा जदों मेल होना है ना, तो जिन्ने तुहाडे जीवन दे विच विद्वान महापुरख मुनि जन जपी तपी ये आउणगे, इन्हां दी प्रेजेंस होऊगी, इन्हां दी कृपा होऊगी, तां मेल होना। उदों तक मेल ही नहीं होना, उदों तक नहीं मेल होना। बरात लैके चले हाँ, तो वो बरात दे विच जिहड़ा बरात लैके जांदा ना, उहदे मित्र उहदे वर्गे ही हुंदे ने, जिद्दां दे उहदे गुण ने उदां दे हुंदा। जे धार्मिक है तो धार्मिक होणगे, जे पढ़िया लिखिया तो पढ़े लिखे होणगे। जे इसे तरह कह रहे जदों इस आत्मा ते परमात्मा दा मेल होना है ना, उदों कौन कौन नाल होएगा? जिन्हां जिन्हां महापुरखां दी तू संगत कीती है, जिन्हां जिन्हां सुर नार जिन्हां तू याद किया, जिन्हां दी बाणी पढ़ी है, वो सारे अवतार पैगंबर देवी देवते वो तेरे नाल होणगे। वो कौतक वो नाल इस कौतक च हाजिर होणगे। आए भगत जी कहते मेरे विआह च कौन कौन आया? सुर आए ने, नर आए ने, मुन जन आए ने। कौतक इस समागम दे विच कोट करोड़ा 33 करोड़ उजाना। उजाना दे 2 अर्थ कीते ने। एक तो उजाना है विमान वाहन,
ਸਾਰੇ ਸਾਰੇ ਹੀ ਜਿੰਨੇ ਅਵਤਾਰ ਹੋਏ ਨੇ ਸਭ ਦਾ ਆਪਣਾ ਆਪਣਾ ਵਾਹਨ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ। ਕਹਿੰਦੇ ਇਹ ਸਾਰੇ ਆਪਣੇ ਆਪਣੇ ਵਿਮਾਨ ਤੇ ਤਿਆਰ ਹੋ ਕੇ ਸੱਜ ਕੇ ਹਾਜ਼ਰ ਆਏ ਨੇ। ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਜਿਹੜੇ ਤਾਂ ਦੂਰੋਂ ਆਉਣ ਵਾਲੇ ਭਾਈ ਰਿਸ਼ਤੇਦਾਰ ਹੋ, ਉਹ ਤਾਂ ਉਹਨਾਂ ਵਾਸਤੇ ਤਾਂ ਬੱਸ ਕਰ ਲਈ, ਪਰ ਜਿਹੜੇ ਸਾਡੇ ਮਿੱਤਰ ਨੇ ਨਾ ਉਹਨਾਂ ਕੋਲ ਬੱਸ ਨਾ ਜੀ ਨਾ, ਮੈਂ ਆਪਣੀ ਕਾਰ ਲਿਆਉਂਗਾ, ਧਵਾ ਕੇ ਤਿਆਰ ਕਰਕੇ ਲਿਆਉਂਗਾ, ਮੈਂ ਆਪਣੇ ਵਾਹਨ ਤੇ ਆਵਾਂਗਾ। ਵੀ ਇਹ ਤਾਂ ਸਾਡਾ ਇੱਕ ਮਾਣ ਹੈ ਵੀ ਅਸੀਂ ਤੇਰੇ ਸਮਾਗਮ ਚ ਆਵਾਂਗੇ ਤੇ ਆਪਣੇ ਘੋੜੇ ਤੇ ਸਜਾ ਕੇ ਆਵਾਂਗੇ। ਤੋ ਇਦਾਂ ਕਹਿੰਦੇ ਮੇਰੇ ਵਿਆਹ ਤੇ ਕੌਣ ਆਇਆ? 33 ਕਰੋੜ ਦੇਵਤੇ, 33 ਕਰੋੜ ਸੁਰ ਨਰ ਮੁਨ ਜਨ, 33 ਕਰੋੜ 33 ਕੋਟ ਉਜਾਨਾ। ਉਹ ਜਾਨਾ ਇੱਕ ਮਾਂ ਵਿਦਵਾਨ ਨੇ ਇਦਾਂ ਵੀ ਅਰਥ ਕੀਤੇ ਨੇ, ਉਹ ਜਾਨਾ ਉਹ ਅਲੱਗ ਕੀਤਾ, ਜਾਨਾ ਅਲੱਗ ਕੀਤਾ, ਅਰਥਾਤ ਉਹ ਸ਼੍ਰੇਸ਼ਟ ਰੂਪੀ ਦੇਵਤੇ ਆਪਣੇ ਆਪਣੇ ਗੁਣਾ ਤੇ ਆਪਣੇ ਆਪਣੇ ਪਰਿਵਾਰ ਸਮੇਤ ਹਾਜ਼ਰ ਹੋਏ ਨੇ। ਉਹ ਜਾਨਾ ਉਹ ਆਪਣੇ ਆਪਣੇ ਨਾਲ ਜਾਣਨ ਵਾਲਿਆਂ ਨੂੰ ਨਾਲ ਲੈ ਕੇ ਆਏ ਨੇ। ਹਰ ਇੱਕ ਵਿਦਵਾਨ ਦੀ ਆਪਣੀ ਆਪਣੀ ਸੋਝੀ ਅਨੁਸਾਰ ਉਹ ਵਿਦਵਾਨ ਕਥਨ ਕਰਦੇ ਨੇ ਤੇ ਆਪਾਂ ਜਗਿਆਸੂ ਹਾਂ, ਆਪਾਂ ਜਿੱਥੋਂ ਵੀ ਮਿਲ ਜਾਏ ਉਹ ਲੈ ਲੈਣਾ ਤੇ ਬੁੱਧੀ ਨੇ ਦੱਸ ਦੇਣਾ ਕਿਹੜਾ ਠੀਕ ਹੈ। ਨਿਰਣਾ ਕਰਨ ਦੀ ਲੋੜ ਨਹੀਂ, ਅੰਦਰ ਬੈਠਾ ਪਰਮੇਸ਼ਰ ਆਪੇ ਹੀ ਨਿਰਣਾ ਕਰ ਲੇਗਾ ਵੀ ਆਹ ਠੀਕ ਹੈ, ਮਨ ਆਪੇ ਹੀ ਮੰਨ ਜਾਏਗਾ ਆਹ ਠੀਕ ਹੈ। ਤੋ ਉਹ ਸਾਰੇ 33 ਕਰੋੜ ਦੇਵਤੇ ਆਪਣੇ ਆਪਣੇ ਵਾਹਨਾਂ ਤੇ ਵਿਮਾਨਾਂ ਤੇ ਸਜਾਮਾਨ ਹੋ ਕੇ ਮੇਰੀ ਬਰਾਤ ਵਿੱਚ ਆਏ ਨੇ। ਐਸੇ ਕਬੀਰ ਜੀ ਕਹਿ ਰਹੇ ਨੇ, ਕਹਿ ਕਬੀਰ ਮੋਹੇ ਵਿਆਹੇ ਚਲੇ ਹੈ। ਇਹਨੂੰ ਵਿਆਹ, ਉਹ ਹੁਣ ਵਿਆਹ ਕੇ ਲੈ ਚੱਲੇ ਨੇ ਮੈਨੂੰ, ਅਰਥਾਤ ਇਹ ਆਤਮਾ ਨੂੰ ਸਹਿਜੇ ਹੀ ਇਸ ਘਰੋਂ ਲੈ ਚੱਲੇ ਨੇ। ਹੁਣ ਇੱਥੇ ਲੈ ਚੱਲੇ ਨੇ। ਹੁਣ ਮੇਰੇ ਘਰ ਦੇ ਵਿੱਚੋਂ ਇਹ ਜਿਨ੍ਹਾਂ ਬੀਬੀਆਂ ਨੇ ਜਦੋਂ ਘਰ ਛੱਡਿਆ ਨਾ ਮਾਵਾਂ ਦਾ, ਤੇ ਉਹ ਯਾਦ ਹੋਏ ਨਾ ਸਮਾਂ ਬੜਾ ਬੈਰਾਗਮਈ ਸਮਾਂ ਹੁੰਦਾ। ਕਿਉਂ? ਕਿਉਂਕਿ ਇੱਕ ਜੀਵ ਆਤਮਾ ਜਿਹੜੀ ਹੈ ਜਿਹਦਾ ਬੜਾ ਪ੍ਰੇਮ ਹੈ ਆਪਣੀ ਮਾਤਾ ਨਾਲ, ਪਿਤਾ ਨਾਲ, ਉਹ ਜਦੋਂ ਉਸ ਘਰ 'ਚ ਜਾ ਰਿਹਾ ਹੁੰਦਾ, ਜਾ ਤਾਂ ਰਿਹਾ, ਵਿਛੋੜਾ ਤਾਂ ਹੈ, ਪਰ ਸਮਾਗਮ ਉਸ ਵੇਲੇ ਕਿੱਦਾਂ ਦਾ? ਆਨੰਦ ਦਾ, ਖੁਸ਼ੀ ਦਾ, ਵਾਜੇ ਵੱਜ ਰਹੇ ਨੇ। ਤੇ ਉਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਕੇ ਉਹ ਐਸਾ ਅਲੰਕ੍ਰਿਤ ਸਮਾਂ ਬਣ ਜਾਂਦਾ। ਇਸ ਤਰ੍ਹਾਂ ਭਗਤ ਜੀ ਕਹਿ ਰਹੇ ਨੇ ਵੀ ਮੇਹੇ ਮੋਹੇ ਵਿਆਹੇ ਚੱਲੇ ਹੈ। ਹੁਣ ਮੈਨੂੰ ਬਸ ਇਹ ਆਤਮਾ ਨੂੰ ਲੈ ਕੇ ਚੱਲੇ ਨੇ, ਪਰਮਾਤਮਾ ਆਪ ਲੈ ਕੇ ਚੱਲਿਆ, ਮੇਰੀ ਆਤਮਾ ਨੂੰ ਮਿਲਾ ਲਿਆ ਹੈ। ਪੁਰਖ ਏਕ ਭਗਵਾਨਾ, ਉਹ ਕੌਣ ਲੈ ਕੇ ਚੱਲਿਆ? ਉਹ ਇੱਕੋ ਇੱਕ ਅਕਾਲ ਪੁਰਖ ਇੱਕ ਹੈ, ਇੱਕ ਉਹ ਪੁਰਖ ਭਗਵਾਨ ਹੈ, ਉਹ ਸ਼੍ਰੇਸ਼ਟ ਗੁਣਾਂ ਦਾ ਮਾਲਕ ਹੈ। ਉਹ ਇਸ ਧਰਤੀ ਦੇ ਉੱਪਰ ਸਾਰਿਆਂ ਲੋਕਾਂ ਦੇ ਵਿੱਚ ਸ਼੍ਰੇਸ਼ਟ ਭਗਵਾਨ, ਉਹ ਮੇਰੀ ਇਸ ਆਤਮਾ ਨੂੰ ਵਿਆਹ ਕੇ ਅਰਥਾਤ ਮਿਲਾ ਕੇ ਆਪਣੇ 'ਚ ਲੈ ਚੱਲਿਆ ਹੈ। ਆਸਾ ਸਾਸ ਕੀ ਦੁਖੀ ससुर की प्यारी, जेठ के नाम डरो रे डरो। भगत कबीर जी संसारिक रिश्तियां की उदाहरण दे के साडे अंदर दे पंजां इंद्रियां, पंजां तत्तां अते अंदर उन्हां दे गुणां नूं किस तरह सुभायमान कर रहे ने, ये उन्हां दा बहुत वड्डा अलंकृत समा है, उन्हां दी श्रेष्ठ बुद्धि है। भगत जी दी, भगत कबीर जी कह रहे सास की दुखी, सास माया, माया दा ये तन दुखी होया होया माया तो। सास की दुखी, ससुर की प्यारी, जीवात्मा दी प्यारी। जीवात्मा नूं बड़ा चंगा लगदा, अकाल पुरख बड़ा चंगा लगदा, ते माया तो दुखी होया होया शरीर। सास की दुखी, ससुर की प्यारी, जेठ के नाम डरो रे। जेठ कौन है? ये जो मेरा ज्ञानवान, ये मेरे नाल वधियां हुईयां पंजो विकार ने जेड़े, ये जेठ रूपी ने, वड्डे ने, ये ज्येष्ठ ने, वड्डे ने। ये नाम डरो रे, ये डरदे ने किस तो? इस आत्मा तो। कदों डरदे ने? आपां पिछे पढ़ के हटे, कदों डरदे? पिछले शब्द च पढ़िया सी भी कदों ये डरन लग जांदे ने विकार, जदों अंदर नाम सिमरन चलन लग जांदा। इस भगत जी कह रहे ने जेड़ा साडा शरीर है ये माया तो दुखी हो गया। भगत जी अपनी अवस्था दस रहे ने, साडी नहीं, अपनी अवस्था दस रहे ने कि सास की दुखी, ससुर की प्यारी, जेठ के नाम डरो रे। साडी अवस्था ऐसी होगी, भगत जी कहते कि मेरा शरीर जेड़ा है वो माया तो दुखी होया होया, ते माया दा जेड़ा नाल वसन वाला है, जेड़ा इस माया नूं पैदा करने वाला है आत्मा परमात्मा, ओदा जेड़ा आत्मा रूप है ये ओदी प्यारी है। ये माया जेड़ी ओदी प्यारी है, ते तन जेड़ा ओदे तो दुखी हो रहा। जेठ के नाम डरो रे। अते पंजो विकार जेड़े ने इस श्रेष्ठ आत्मा तो डरदे ने। सखी सहेली ननद गेली, नंद कौन है?
ये पंजों विकारां दे जिहड़े गुण ने, काम क्रोध लोभ मोह, ये पंजों विकार ने। अगों इन्हां दे गुण ने आसा तृष्णा मनसा, ये सारियां मेरियां नंदां ने, ये मेरियां ननाणा ने, सखी ये सहेलियां ने सारियां किदियां विकारां दियां। ये देवर का बिरों जरो ने। देवर कौन है? बिरह विराग। ये विराग उहदे विच व्याकुल होकर सड़ रही है आत्मा कि कदों मिलेगा, कदों मिलेगा, कदों मिलेगा। देवर विराग है कि विराग दे विच ये मेरी जिहड़ी आत्मा है ये जल रही है कि कदों मिलेगा, व्याकुल हो रही है कि कदों मिलेगा। मेरी मत बौरी मैं राम बिसारे हो, किन बिद रहन रहो रे। मेरी मत बौरी, कबीर जी कहते मेरी मत नूं पता नहीं की हो गया, ये बौरी हो गई है। मैं राम बिसारियो, मैं अपने अंदर वसन वाला राम, हर थां ते रहन वाला राम, हर थां ते रमत राम, वो विसारता है। किन विद रहन रहो रोए, हुण मैं किवें रहां, हुण मैं किवें रहां। मेरी जीव आत्मा उहदे च टिकाओ किवें आए, उत्थे किवें रहना होए। इस तरह कह रहे ने सेजै रमत नैन नहीं पेखों। कहते मैनू ज्ञान हो गया, मेरे हिरदे रूपी सेज दे विच वो मेरा पति परमेश्वर हैगा, वो है लेटिया होया उत्थे, मेरी सेज दे उत्ते लेटिया होया। हिरदे दी रूपी सेज परमात्मा है। सेजै रमत, उत्थे रमिया होया सेज ते। नैन नहीं पेखो, पर मैनू अखां तो दिख नहीं रहा, मैं उहदे दर्शन नहीं कर पा रही, मैनू समझ नहीं आ रही मेरे अंदर परमात्मा है, मैनू दर्शन नहीं हो रहे अंदर परमात्मा दे। ये दुख कहाँ कासों, किनू का किसनू स्यों, किसनू कहों रे। ये दुख मैं किनू कहां कि मेरे अंदर ही परमात्मा है, मैनू दर्शन नहीं हो रहे, मेरे अंदर ही परमात्मा है, मैनू दर्शन नहीं हो रहा। एक दुख भगत जी कह रहे मैं किस नाल साझा करा, किस नूं कहां। रहाओ, ये रहाओ दी तुक विच सानू अंदर दी व्याकुलता सिखा रहे ने भगत जी कि तेरे अंदर भी ये व्याकुलता पैदा हो जाए। तैनू ज्ञान हो गया बाणी राही, तैनू महापुरखां दे बचना राही, तैनू साधुआं जोगियां दियां कमाइयां राही ज्ञान हो गया कि परमात्मा तेरे अंदर वस रहा, वस रहा, ते तेरा मन मनन भी लग गया इस गल नूं। रमत दा मतलब मनन लग गया, वो मनदा भी हाँ अंदर लेटिया होया। कई बारी ना घर दे विच जीव हुंदा, पति हुंदा, ते बीबी नूं पता नहीं हुंदा, कपड़े धोंदी इधर उधर, पता नहीं भी अंदर ने कि बाहर ने। ते जे कोई बाहरों बैल मिला के पूछे ना, कहंदी जी देखदियां अंदर हैगे कि नहीं, ਇਹਦਾ मतलब भरोसा नहीं भी अंदर हैगा कि नहीं हैगा। तो कई जीव आत्मा ऐसियां ही ने जिन्हां नूं इस संसार तो कन्नां तो सुनन नूं पता लग जांदा भी हाँ जी साडे अंदर परमात्मा, पर उन्हां नूं भरोसा नहीं भी अंदर है कि नहीं है। पर जिहड़े संगत च बैठण वाले ने, जिहड़े बाणी नूं मन्नण वाले ने, बाणी नूं सुणन वाले ने, उन्हां नूं भरोसा हो चुकिया है। सेजै रमत, उन्हां नूं पता है मेरे अंदर अकाल पुरख हरि बैठा है, जोत बैठी है, पर मैनू दर्शन नहीं हो रहे। विराग भी उसे नूं जागूगा, दूजे नूं विराग भी नहीं जागेगा। जिसनूं प्रेम होएगा, जिसनूं सोझी हो गई मेरे अंदर बैठा है ते हुण मैनू मिलाप नहीं हो रहा, ते मिलाप कोई बहुत दूर दा नहीं कारज, अंदर दी मैल हटी नहीं, वो उसे सेज दे उत्ते पति लेटा दिखण लग जाना भी आ लेटिया होया, नाल ही लेटिया विच ही पिया। पर वो जिहड़ा विच दिख नहीं रहा ना, पर्दा मैल दा है, नेत्र मैले, सारे इंद्रे मैले, मन मैला, विचार मैले, वो नहीं दृश्यमान होने दे रहा, तो वो विराग पैदा हो रहा कि मैं किवें वेखां, मैनू पता है वो अंदर ही है। सेजै रमत नैन नहीं पेखों, अखां नाल दर्शन नहीं हो रहे, अर्थात अनुभव नहीं हो रहा। उत्थे अंदर दे नैन किहड़े ने, देखण वाले, अनुभव, अनुभव नहीं हो रहा। ये दुख कहां सो कहो, ये दुख मैं ये जिहड़ी विडंबना है किस नाल सांझी करां। रहाओ बाप सावका करै लड़ाई, माया सद मतवारी। बाप है तो मेरा पिता, पर सावका मतरिया, कहते बाप है मेरा, पैदा किया मैनू, पर मेरे नाल एक विहार किदां दा कर रहा, मतरिया वर्गा। इस शरीर रूपी भांडे नूं तैयार किया, आत्मा विच बिठाई है, पर ये मेरे नाल इदां दा सलूक क्यों हो रहा, मैनू मिला क्यों नहीं रहा, मैनू मिलाप क्यों नहीं हो रहा। ओ बाप सावका करै लड़ाई, मन अंदर ये लड़ाई चल रही है, झगड़ा चल रहा है, किदा किदा, आत्मा ते माया दा। माया सद मतवारी,
ਇਹ ਮਾਇਆ ਦੇ ਪ੍ਰਭਾਵ ਦੇ ਹੇਠ ਹੋਇਆ ਹੋਇਆ ਜੀਵ ਹਮੇਸ਼ਾ ਅੰਦਰ ਇੱਕ ਝਗੜਾ ਚੱਲਦਾ ਰਹਿੰਦਾ ਇਹਦੇ ਕਿ ਮੈਂ ਕਿਸ ਰਸਤੇ ਚੱਲਾਂ। ਇਹਨੂੰ ਨਾ ਭਗਤ ਜੀ ਨੇ ਆਰਤੀ 'ਚ ਬੜਾ ਸੋਹਣਾ ਕਿਹਾ ਹੈ। ਆਪਾਂ ਤਾਂ ਆਰਤੀ ਜਿਹੜੇ ਨੇ ਦੋ ਸਿਰ ਮੰਗੋਂ ਚੂਨਾ ਭਾਉ ਕੀਓ ਸੰਗ ਲੂਨਾ ਅੱਧ ਸਿਰ ਮੰਗੋਂ ਦਾਲੇ, ਇੱਦਾਂ ਸਮਝਦੇ ਨਾ ਵੀ ਦਾਲ ਮੰਗੀ ਭਗਤ ਜਿਨ੍ਹਾਂ ਨੇ ਵੀ ਮੈਨੂੰ ਅੱਧਾ ਸਿਰ ਦਾਲ ਚਾਹੀਦੀ, ਨਹੀਂ, ਉੱਥੇ ਬੜੇ ਡੂੰਘੇ ਅਰਥ ਜੇ। ਇਹ ਜਿਹੜਾ ਮਨ ਮੇਰਾ ਦੋ ਹਿੱਸਿਆਂ ਦੇ ਵਿੱਚ, ਦੋ ਹਿੱਸਿਆਂ 'ਚ ਖੁੱਲਿਆ ਹੋਇਆ ਦਾਲ ਵਾਂਗੂ, ਦਾਲ ਸਿੱਧਾ ਦਾਲ ਵਰਗਾ ਹਿਰਦਾ ਮੇਰਾ, ਅੱਧਾ ਹਿਰਦਾ ਮੇਰਾ ਸੰਸਾਰ 'ਚ ਮਾਇਆ 'ਚ ਖਚਤ ਹੈ, ਅੱਧਾ ਹਿੱਸਾ ਮਾਇਆ 'ਚ ਹੈ, ਅੱਧਾ ਹਿੱਸਾ ਪਰਮੇਸ਼ਰ ਨਾਲ ਜੁੜਿਆ, ਅੱਧਾ ਹਿੱਸਾ ਪਰਮਾਤਮਾ ਨਾਲ ਮਿਲਣਾ ਚਾਹੁੰਦਾ। ਤੇ ਮਨ ਇਹ ਵੀ ਕਰਦਾ ਮੈਂ ਸੰਸਾਰੀ ਵੀ ਬਣ ਕੇ ਰਹਾਂ, ਸੰਸਾਰ ਦੇ ਜਿਹੜੇ ਵਿਸ਼ੇ ਵਿਕਾਰ ਨੇ ਉਹ ਵੀ ਮੇਰੇ ਨਾਲ ਨਾਲ ਪੂਰੇ ਹੁੰਦੇ ਰਹਿਣ। ਸੰਸਾਰ ਦਾ ਇਹ ਅਰਥ ਹੈ ਕਿ ਵਿਸ਼ੇ ਵਿਕਾਰਾਂ ਵੱਲ ਧਿਆਨ ਹੈ। ਇਹ ਦਾਲ ਵਾਂਗੂ ਹਿਰਦਾ ਟੁੱਟਿਆ। ਭਗਤ ਜੀ ਉੱਥੇ ਵੀ ਇਹੀ ਬੇਨਤੀ ਕਰ ਰਹੇ ਨੇ, ਦਾਲ ਸਿੱਧਾ। ਇਹ ਮੇਰੀ ਅੰਦਰ ਦੀ ਹਿਰਦੇ ਦੀ ਜਿਹੜਾ 2 ਰੂਪੀ ਦਾਲ ਹੈ ਨਾ, ਇਹਨੂੰ ਸਿੱਧਾ ਰਿਝਾਉਣਾ ਕਰਦੇ ਪਰਮਾਤਮਾ, ਇੱਕਮਿਕ ਹੋ ਜੇ ਬਸ। ਇਹਨੂੰ ਪਤਾ ਹੀ ਨਾ ਲੱਗੇ ਸੰਸਾਰ ਕਿਹੜਾ ਹੈ ਤੇ ਵਿਸ਼ੇ ਵਿਕਾਰ ਇੰਨੇ ਵਿੱਚ ਰਮਤ ਹੋ ਜਾਣ, ਸਮਾ ਜਾਣ ਅੰਦਰ ਕਿ ਉਹ ਪਰਮਾਤਮਾ ਇੱਕ ਸਰੂਪ ਕਰਕੇ ਦਾਲ ਵਾਂਗੂ ਸਿੱਧਾ, ਉਹ ਸਿੱਧਿਆ ਹੋਇਆ ਰਿਝਾਇਆ ਹੋਇਆ ਹੋ ਜੇ। ਇੱਥੇ ਵੀ ਉਹੀ ਬਚਨ ਨੇ, ਦੋਨਾਂ ਦੀ ਅੰਦਰ ਲੜਾਈ ਚੱਲ ਰਹੀ ਹੈ, ਮਾਇਆ ਦੀ ਅਤੇ ਉਸ ਪਰਮਾਤਮਾ ਦੇ ਬਣਾਏ ਹੋਏ ਤਨ ਦੇ ਵਿੱਚ ਉਹਦੇ ਗੁਣਾਂ ਦੀ, ਕਿ ਇਹ ਮੇਲ ਕਿਵੇਂ ਹੋਏ, ਇੱਕ ਕਿਵੇਂ ਹੋਏ। ਉਹ ਜਿਹੜਾ ਅੰਦਰ ਦਾ ਬੈਠਾ ਹੈ ਪਰਮਾਤਮਾ, ਉਹਦੇ ਦਰਸ਼ਨ ਕਿਵੇਂ ਹੋਣ। ਵੱਡਾ ਭਾਈ ਕੇ ਜਬ ਸੰਗ ਹੋਤੀ, ਵੱਡਾ ਭਾਈ ਗਿਆਨ। ਜਦੋਂ ਇਹ ਜੀਵ ਆਤਮਾ ਗਿਆਨ ਦੇ ਨਾਲ ਜੁੜੀ ਹੁੰਦੀ ਹੈ, ਵੱਡੇ ਭਾਈ ਕੇ ਜਬ ਸੰਗ ਹੋਤੀ ਤਬ ਉਹ ਨਾ ਪਿਆਰੀ। ਉਦੋਂ ਨਾ ਮੇਰੇ ਇਹ ਖਸਮ ਪਤੀ ਪਰਮੇਸ਼ਰ ਨੂੰ ਬੜੀ ਪਿਆਰੀ ਲੱਗਦੀ ਹੈ। ਜਦੋਂ ਤੁਹਾਡੀ ਜੀਵ ਆਤਮਾ ਨਾਮ ਜਪਦੀ ਹੁੰਦੀ, ਕਥਾ ਸੁਣਦੀ ਹੁੰਦੀ, ਕੀਰਤਨ ਸੁਣਦੀ ਹੁੰਦੀ ਹੈ, ਉਦੋਂ ਅਕਾਲ ਪੁਰਖ ਪ੍ਰਭੂ ਨੂੰ ਉਹ ਬੜੀ ਪਿਆਰੀ ਲੱਗ ਰਹੀ। ਨਾ ਮਤਲਬ ਪ੍ਰਭੂ ਖਸਮ, ਉਸ ਪ੍ਰਭੂ ਖਸਮ ਨੂੰ ਨਾ ਉਦੋਂ ਇਹ ਆਤਮਾ ਬੜੀ ਚੰਗੀ ਲੱਗਦੀ। ਇਹ ਭਗਤ ਜਨਾਂ ਦੇ ਬਚਨ ਨੇ, ਅਟਲ ਬਚਨ ਨੇ ਤੇ ਸੱਚ ਬਚਨ ਨੇ। ਇਹਨਾਂ 'ਚ ਰੱਤੀ ਭਰ ਵੀ ਸ਼ੰਕਾ ਦੀ ਕੋਈ ਹੈ ਹੀ ਨਹੀਂ, ਰੰਚਤ ਮਾਤਰ ਵੀ। ਤੋ ਇਹ ਕਿੰਨੇ ਸੋਹਣੇ ਬਚਨ ਨੇ। ਜਿਹੜਾ ਨਾਮ ਜਪ ਰਿਹਾ, ਜਿਹਦੀ ਜੀਵ ਆਤਮਾ ਅਕਾਲ ਪੁਰਖ ਨੂੰ ਧਿਆਨਾ ਕਰ ਰਹੀ, ਯਾਦ ਕਰ ਰਹੀ ਹੈ, ਕੰਨਾਂ ਨਾਲ ਸੁਣ ਰਹੀ ਹੈ, ਗਾ ਰਹੀ ਹੈ, ਉਹ ਜੀਵ ਆਤਮਾ ਉਸ ਮੇਰੇ ਖਸਮ ਪਤੀ ਪਰਮੇਸ਼ਰ ਨੂੰ ਬੜੀ ਚੰਗੀ ਲੱਗਦੀ ਹੈ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਕਬੀਰ ਜੀ ਕਹਿੰਦੇ ਇਸ ਸਰੀਰ 'ਚ 5 ਵਿਕਾਰਾਂ ਦੇ ਝਗੜੇ, ਉਹ ਝਗੜਦਿਆਂ ਹੀ ਸਾਰਾ ਜਨਮ ਲੰਘ ਗਿਆ ਹੈ, ਜਨਮ ਗਵਾਇਆ, ਸਾਰਾ ਜਨਮ ਲੰਘ ਗਿਆ ਹੈ। ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਹੁਣ ਇੱਥੇ ਜੁਗਤੀ ਦੱਸਦੇ ਨੇ ਵੀ ਇਹ ਲੜਾਈ ਸਭ ਦੇ ਅੰਦਰ, ਸਾਰਿਆਂ ਦੇ ਅੰਦਰ ਚੱਲ ਰਹੀ। ਭਗਤ ਜੀ ਆਪਣੇ ਅਨੁਭਵ ਤੋਂ ਇਹ ਦੱਸ ਰਹੇ ਨੇ ਵੀ ਮੈਨੂੰ ਸੁੱਖ ਕਿਵੇਂ ਪ੍ਰਾਪਤ ਹੋਇਆ। ਲੜਾਈ ਤਾਂ ਸਾਰਿਆਂ ਦੇ ਅੰਦਰ ਚੱਲ ਰਹੀ। ਪਹਿਲਾਂ ਉਹ ਸਾਡੇ ਅੰਦਰ ਦੀ ਅਵਸਥਾ ਦਾ ਜ਼ਿਕਰ ਕੀਤਾ ਵੀ ਆ ਸਾਰਿਆਂ ਦੇ ਅੰਦਰ ਚੱਲ ਰਹੀ। ਹੁਣ ਆਪਣਾ ਅਨੁਭਵ ਦੱਸ ਰਹੇ ਨੇ ਕਿਵੇਂ ਝੂਠੀ ਮਾਇਆ ਸਭ ਜਗ ਬੰਧਿਆ। ਇਸ ਝੂਠੀ ਮਾਇਆ ਨੇ ਨਾ ਸਾਰੇ ਜਗ ਨੂੰ ਬੰਨਿਆ ਹੋਇਆ, ਸਾਰੇ ਜਗ ਦੇ ਜੀਵਾਂ ਨੂੰ ਬੰਨਿਆ ਹੋਇਆ। ਮੈਂ ਰਾਮ ਰਮਤ ਸੁਖ ਪਾਇਆ। ਇਹ ਉਹੀ ਬਚਨ ਨੇ ਜਿਹੜੇ ਬਾਰ-ਬਾਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਮਹਾਰਾਜ ਆਪ ਅਤੇ ਸੰਤ ਜਨ ਸਾਨੂੰ ਦ੍ਰਿੜ ਕਰਾਉਂਦੇ ਨੇ ਬਈ ਇੱਕੋ ਹੀ ਕੰਮ ਹੈ, ਵਾਹਿਗੁਰੂ 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 ਵਾਹਿਗੁਰੂ। ਜੁਗਤੀ ਇਹੀ ਹੈ, ਮੈਂ ਰਾਮ ਰਮਤ ਸੁਖ ਪਾਇਆ। ਇਹ ਅੰਦਰ ਦਾ ਸੁਖ, ਅੰਦਰ ਦੇ ਝਗੜੇ, ਕਾਮ, ਵਿਰੋਧ, ਕ੍ਰੋਧ, 5 ਵਿਕਾਰਾਂ ਦੇ ਮੇਲ ਨਹੀਂ ਹੋ ਰਿਹਾ। ਕਦੋਂ ਹੋਏਗਾ? ਇਹ ਸਭ ਮੁੱਕ ਜਾਣੇ ਨੇ। ਤੂੰ ਆਨੰਦ ਸਰੂਪੀ ਅਵਸਥਾ 'ਚ ਬੈਠ ਜਾਣਾ ਹੈ। ਆਸਾ ਹਮ ਘਰ ਸੂਤ ਤਨਹਿ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਇਹ ਬਚਨ ਭਗਤ ਜੀ ਇੱਕ ਵਿਦਵਾਨ ਪੰਡਤ ਨਾਲ ਕਰ ਰਹੇ ਨੇ। ਵਿਦਵਾਨ ਪੰਡਤ ਭਗਤ ਜੀ ਕੋਲ ਆਇਆ ਤੇ ਬੜੀਆਂ ਵੱਡੀਆਂ ਗੱਲਾਂ ਕਰਕੇ ਸੁਣਾ ਰਿਹਾ। ਤੁਸੀਂ ਨੀਚ ਜਾਤ ਦੇ ਹੋ, ਤੁਸੀਂ ਨਾਮ ਨਹੀਂ ਜਪ ਸਕਦੇ, ਤੁਹਾਡਾ ਨਾਮ ਜਪਿਆ ਪਰਮਾਤਮਾ ਕੋਲ ਨਹੀਂ ਪਹੁੰਚਣਾ, ਤੁਸੀਂ ਜਨੇਊ ਧਾਰਨ ਨਹੀਂ ਕੀਤਾ। ਇੱਦਾਂ ਦੇ ਵੱਡੇ ਬਚਨ, ਜਿਹੜੇ ਵੱਡੇ ਅਰਥਾਤ ਹਉਮੈ ਦੇ ਬਚਨ, ਉਹ ਭਗਤ ਜੀ ਨਾਲ ਕਰ ਰਿਹਾ। ਤੇ ਭਗਤ ਜੀ ਉਹ ਸਹਿਜ ਸੁਭਾਈ, ਸੋਚ ਸਮਝ ਕੇ ਨਹੀਂ, ਗਿਆਨ ਦੇ ਵਿੱਚ ਨਹੀਂ, ਅੰਦਰੋਂ ਸਹਿਜ ਸੁਭਾਅ ਬਚਨ ਕਰ ਰਹੇ ਨੇ। ਬੜੇ ਸੋਹਣੇ ਬਚਨ ਨੇ ਤੇ ਉਸ ਨੂੰ ਬੜਾ ਸੁੰਦਰ ਜਵਾਬ ਹੈ। ਸਾਡੇ ਵਰਗਿਆਂ ਨੂੰ ਵੀ ਬੜਾ ਸੁੰਦਰ ਜਵਾਬ ਹੈ। ਠੀਕ ਹੈ, ਜਿਹੜੀਆਂ ਮਰਿਆਦਾ ਨੇ ਮੰਨਣੀਆਂ ਨੇ, ਪਰ ਸਾਰਾ ਧਿਆਨ ਮਰਿਆਦਾ ਦੇ ਹੀ ਹੋਏ ਤਾਂ ਉਹਦਾ ਹੰਕਾਰ ਪੈਦਾ ਹੋ ਜਾਏ ਕਿ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ,
मेरे वर्गा रहत वाला कोई नहीं। नहीं, भगत जी भी इत्थे दसणगे भी इदा नहीं खाए खेड़ है। हम घर सूत तनह नित ताना कंठ जनेऊ तुम्हारे। भगत जी पंडित नूं कहंदे भी जेड़ा तू जनेऊ पाउण नूं कहना, जेड़ा तू पाया तुम्हारे तुम पाया जनेऊ, कहंदे ਇਹ ਜਿਹੜਾ ਜਨੇਊ ਬਣਿਆ ਕਿਹਦਾ? ਤੇਰਾ सूत ਦਾ। ਤੇ मैं तो रोज घर ਦੇ ਵਿੱਚ ਖੱਡੀ ਦੇ ਵਿੱਚ ਰੋਤ ਤਾਨਾ ਉਸ सूत ਦਾ ਤਾਣਾ रोज बुनदा। हम घर सूत, मेरे घर अर्थात मेरे हिरदे च सूत, तेरे तो कल्ले तन ते पाया ना। भगत जी कहते मेरे तो हिरदे दे विच, मेरे हिरदे रूपी घर च मैं रोज सूत का ताना बुनदा। मैं रोज अकाल पुरख नूं डोरियां पाउंदा अंदरों। धन गुरु नानक साहब नूं रोज बुलाउना भी आओ जी पाठ करन लगे, आ जाओ। जिहड़ा सिख संगत है ना, ये पाठ करन तो भी पहला बेनती करदी है कि महाराज जी मैं हुण नाम बीजण लग्या, परमात्मा जी मैं नाम बीजण लग्या जे, ये चंगा मेरा नाम फल फुल कर दो, ये मेरी कृपा कर दो, ये ऐसा कर दो। वो बीजण तो पहला भी बेनती करदा। तो यही भगत जी कह रहे हैं भी मैं तो रोज बीजदा, मैं तो रोज घर जनेऊ का ताना बनाना सूत का। सूत तनह तान के नित ताना, रोज मैं वो खड्डी के उत्ते सूत तान के अर्थात हिरदे नूं सुचेत करके उस हिरदे रूपी प्रेम दियां डोरां दा ताना रोज बुनदा। कंठ जनेऊ तुम्हारे, तेरे तक गले च जनेऊ है ना, कंठ दे विच है, मेरे तो हिरदे च है। तुम तो वेद पढ़ो गायत्री गोविंद हृदय हमारे। कहते तू तो सिर्फ मुंह तो वेद पढ़दा या गायत्री मंत्र का उच्चारण करदा है, मेरे तो हिरदे दे विच भगत जी कह रहे हैं मेरे तो हिरदे च ही गोविंद है। मैं तो हिरदे च ही गोविंद नूं ही देखदा, उहनूं ही याद करदा। मैं हिरदे चों करदा, तू जुबान तो करदा, तू जुबान तो करदा। कहता मैं रोज करदा, तुसीं तो कभी देखे नहीं। कहना तुस तो जदों आउणा सूत कतदे हुंदे, वो कहंदे मैं तो रोज अंदर गोबिंद नूं, गोबिंद अर्थात गोबिंद धरती नूं पालण वाला, धरती दा बिंद बिंद पालना करन वाला गोबिंद हृदय हमारे, मेरे हृदय रूपी स्थान ते वो है ने। मेरी जेबा बिसन नैन नारायण हृदय बसा है गोबिंदा। कहंदे भगत जी कहंदे मेरी जेबा जिहड़ी है ना वो बिशन है, अर्थात मेरी जेबा ते हर वेले उस प्रभु परमात्मा दा नाम रहिंदा है जिहड़ा कि सारी सृष्टि नूं पालण वाला है, जिहड़ी सारी सृष्टि नूं बनाउण वाला है विशन। वो परमात्मा मेरी हर वेले जेबा ते रहिंदा है। जेबा मेरी जेबा बेसन, मेरी जेबा जिहड़ी है उहदे ते हमेशा परमात्मा रहिंदा है। नैन नारायण, अखां च हर वेले ओ नारायण, सारे नरां दा देवता नारायण, सारे नरां दा देवता, वो हर वेले मेरियां अखां च रहिंदा। नैन नारायण, आपां भाई गुरदास जी दी वार दे थोड़े दर्शन कीते सी ना, अखी अंदर वेखदा दर्शन विच दिसै, शब्दां विच वखाणीए सुरती विच रिसै। ये ओही बचन हो रहे हैं कि अखां दे विच मैनूं दिखदा अंदर। भगत जी कहंदे ते मेरी जेबा ते हर वेले है हृदय बसा है गोबिंदा। वो गोबिंद परमात्मा मेरे हृदय च है, वो मेरे हृदय च है। जाम द्वार जब पूछस बवरे तब क्या कैस मुकंदा। कहंदे हे पंडित जदों तैनूं जम फड़ के लैके जाणगे ते दुआरे ते खड़ा के तैनूं पुछणगे भी तू जिंदगी च की कमा के आया है, की करके आया है, ते तेरे कोल की जवाब होएगा। क्यों? क्योंकि तू जो भी कीता सिर्फ तन ते कीता, मन नाल नहीं कीता। मन उहदे च हाजिर नहीं, परमात्मा हाजिर नहीं, तेरियां क्रियावां च परमात्मा हाजिर नहीं। माफ कर दो जे आपां कुछ भी कर्म कर रहे हैं, चाहे वह हत्थां नाल ने चाहे जीव नाल ने, जे वो ध्यान विच नहीं मन विच नहीं ते वो निर्फल ने काम। यही कह रहे हैं भी तू जदों उत्थे जाएगा जम द्वार जब पूछस बवरे, जदों उत्थे जम दे द्वारे धर्मराज के द्वारे ते खड़ा करके तैनूं पुछणगे तब क्या कैस मुकंदा। फिर तू दस उस अकाल पुरख बारे की दसेगा, उस मुकंद बारे की दसेगा कि तू की कीता रहा हो। अर्थात साडा निर्णय होना जी उत्थे जाके, उत्थे लेखा होना है। बै लेखा कर समझाया, बिठाएगा कोल स्टूल बेंच दे के बिठाएगा, स्क्रीन ते दिखाएगा जिवें महापुरख दसदे ने, सामने दिखाएगा भी आ देख
आ सारे कर्म कीते ने, कल्ले कल्ले कर्म की ऑडिट करवाऊगा। आ जिहड़े मेरे प्यारे ने कल्ले की ऑडिट कराऊगा, एक एक चैक कराऊगा भी देख जो मनेगा उदों ओहदा जिक्र कर रहे तब क्या कहस मुकंदा, उदों की जवाब देगा। रहाओ इत्थे एक विद्वान ने यह भी अगे जिक्र किया कि तू जिहड़ा हरि का नाम पंडित नूं कह जपिया ना, वो सिर्फ तो सिर्फ राजियां नूं खुश करने वास्ते जपिया। ਜਿਹੜੇ ਤੈਨੂੰ ਤਨਖਾਹ ਦਿੰਦੇ, जिन्हें तेन रखिया मंदिर च या किते, सिर्फ तू उन्होंने खुश करने वास्ते पढ़। ये भी जिक्र कई ने विद्वाना ने किया है। रहाओ हम गुरु तुम ग्वार गुसाई, जन्म जन्म रखवारे। ये जेड़े बड़ा डूंगा एक कटाख लाउंदे ने भगत जी, कहंदे हे ब्राह्मण, ये हुण सारे पूरी दी पूरी जिहड़ी विद्वाना दी पंक्ति है ना, संगति है, उन सारिਆਂ ਨੂੰ ही संबोधन है। हे ब्राह्मण हम गोरू, असी कहंदे गावां, ते तुसी हमेशा ही संसार दे विच समाज च साडे गवाले बन के रहे हो। अर्थात नीवियां जातां दे निर्धन समझ के तुसी विद्वान लोग हमेशा साडे रखवाले बन के रहे हो ते सानू गऊआं बना के रखिया। हम गोरू तुम ग्वार गुसाई, तुसी साडे मालक बन के गुसाई बन के रखिया सानू। जन्म जन्म रखवारे, तुसी कई जन्मां तो इदां ही करदे आउंदे साडे नाल, कई सालों तो कई जन्मां तो इदां ही साडे नाल वर्तारा करदे आउंदे हो भी तुसी विद्वानता विद्वता दा वो जिहड़ा साडे ते हंकार थोप के, विद्वता दा जिहड़ा रोब थोप के ते सानू गरीबां नू, सानू लाचारां नू, सानू छोटियां जातां कह के ते तुसी सानू हमेशा गाइयां समझ के बिहेव कीता, साडे नाल गावां समझ के साडे नाल तुसी विहार कीता। कबू न पार उतारो, कबू न पार उतार चरायो, कैसे खसम हमारे। कहते तुसी की साडे मालक बने हो, दसो जी तुसी कैसे खसम बने हो साडे। सानू कदी इस भव सागर तो पार, नदी तो पार जाके तो सानू चराया नहीं तुसी। अर्थात कदी सानू इस भव सागर तो सानू पार तो तुसी लैके नहीं गए, तो सानू गऊआं बना के इधर ही चराई जाते हो संसार दे विच ही। सानू उस भव सागर रूपी नदी तो पार ले जाके कदी चराया ही नहीं सानू तुसी। सानू अर्थात तुहाडे तो मुक्ति नहीं प्राप्त होई, फिर तुहाडे विद्वान होने का सानू कोई लाहा नहीं। ऐसा वचन है। कबू ना पार उतार चरायो, कैसे खसम हमारे। तुसी साडे की मालक बने हुए हो, क्यों साडे उत्ते जिन्हों कहंदे आगू बने हो, साडे अखौती आगू क्यों बने हो। तुसी सानू पार तो लेके नहीं गए, अज तक साडा किते मुक्ति नहीं करवाई है। तुम बामन मैं काशीक जुल्हा, ये जुलाहा है कांशी, काशीक कांशी का। कहते पंडित तू भी कांशी का विद्वान है, बामन है। बामन जिसने ब्रह्म रूप नू वेख लिया, सारा जाके गेड़ा ला लिया, वामता कर ली है, घूम लिया, अर्थात जिन्हों ब्रह्म का सारा ज्ञान हो गया। तू बामन मैं काशीक जुलाहा, मैं इस कांशी नगर का जुलाहा, ते तू एडा वड्डा विद्वान ब्राह्मण। बूझो मोर ज्ञाना, कहते मैं तेरे ज्ञान नू की बुझा, मैं तेरे ज्ञान नू की बुझा, तेरे को तो ज्ञान है ही नहीं, मैं की जाना तेरे ज्ञान नू। ठीक है तू कही जाना मैं ब्राह्मण, मैनू ब्रह्म का ज्ञान है, पर कहण नाल नहीं ना, मैं तो अज तक बुझिया नहीं भी तेरे अंदर कोई ज्ञान होए। बुझो मोर ज्ञाना तुम तो जाचे भूपत राजे, जाचे मतलब जाचक। तुसी तो ये जिहड़ा सारा कर्म कीता है ना धर्म का, ये राजियां नू उन्हां तो पैसे लैण खातर, जाचना खातर कीता भी हाँ राजे नू सुणावांगे, वो फिर माला ला के पा देगा, वड्डे वड्डियां मोहरां दे थाल दे देगा सानू। तुसी जिन्ने भी धर्म कर्म के कारज कीते ने सिर्फ ते सिर्फ पैसे इकत्र करने वास्ते कीते ने। गुरु प्यारिओ ये उधर भी है ते अज दे समय च भी है भी कीर्तन करना ते उहदे बदले तुसी तां बिरती तुहाडी की है, तुसी पहला की कंट्रैक्ट करदे हो भी आ तां आवांगे कीर्तन करन, जे पहला इन्ना धन दिओगे तां। ये उत्थे बचन चल रहे ने, माफ कर दो, क्योंकि बाणी सब वास्ते हर समय इक्को चीज है। बस ये कि ला के वेख लेना, ये सानू ही बचन हो रहे हैं कि जिहदे मन च भावना ये है कि मैं शब्द पढ़ांगा मैनू पैसे मिलणगे, उन्होंने पैसे ही मिलणगे। हाँ आत्मिक लाहा होए ना होए दी कोई गारंटी नहीं। तो इसे तरह कह रहे ने कबू न पार उतार चरायो, कैसे कसम हमारे तू बामन मैं काशिक जुल्हा। बूझो मोर ज्ञाना तुम तो जाचे भूपत राजे, तुसी तो भूपत राजियां दे
ਉਹਨਾਂ ਦੇ ਜਾਚਕ ਹੋ। ਤੁਸੀਂ ਅਕਾਲ ਪੁਰਖ ਦੇ ਜਾਚਕ ਨਹੀਂ, ਤੁਸੀਂ ਪਰਮਾਤਮਾ ਦੇ ਜਾਚਕ ਨਹੀਂ, ਤੁਸੀਂ ਉਹਦੇ ਅੱਗੇ ਦੇ ਮੰਗਤੇ ਨਹੀਂ। ਤੁਹਾਡੀ ਚੇਸ਼ਟਾ ਹਮੇਸ਼ਾ ਪਰਮਾਤਮਾ ਤੋਂ ਮੰਗਣ ਦੀ ਨਹੀਂ, ਕਿਹਦੇ ਤੋਂ ਮੰਗਣ ਦੀ ਹੈ? ਧਨੀਆਂ ਤੋਂ, ਰਾਜਿਆਂ ਤੋਂ, ਭੂਪਤਾਂ ਤੋਂ। ਹਰ ਸਿਓ ਮੋਰ ਧਿਆਨਾ। ਹੁਣ ਕਹਿੰਦੇ ਸਾਡਾ ਧਿਆਨ ਕਿਹਦੇ ਵੱਲ ਹੈ? ਭਗਤ ਜੀ ਕਹਿੰਦੇ ਮੇਰੀ ਜਾਚਨਾ ਕਿਹਦੇ ਵੱਲ ਹੈ, ਮੇਰੀ ਅਰਦਾਸ ਕਿਹਦੇ ਕੋਲ ਹੈ, ਮੈਂ ਕਿਹਦੇ ਵਾਸਤੇ ਗਾਉਣਾ? ਉਹ ਮੈਂ ਤਾਂ, ਮੇਰਾ ਤਾਂ ਧਿਆਨ ਉਹਦੇ ਵਾਸਤੇ। ਮੋਰ ਧਿਆਨਾ, ਮੇਰਾ ਧਿਆਨ ਕਿਹਦੇ ਵੱਲ ਹੈ? ਉਸ ਅਕਾਲ ਪੁਰਖ ਵੱਲ ਹੈ, ਉਸ ਪ੍ਰਭੂ ਪਰਮੇਸ਼ਰ ਵੱਲ ਹੈ। ਮੈਂ ਤਾਂ ਜਿਹੜੇ ਗੁਣ ਗਾਉਣਾ ਨਾ, ਉਸ ਤੋਂ ਕੁਝ ਲੈਣ ਵਾਸਤੇ ਗਾਉਣਾ, ਉਹਨੂੰ ਯਾਦ, ਉਹਦੀ ਰਹਿਮਤ ਲੈਣ ਵਾਸਤੇ, ਗੁਣ ਲੈਣ ਵਾਸਤੇ ਗਾਣਾ। ਤੋ ਗੁਰੂ ਕੇ ਪਿਆਰਿਓ, ਸਮਾਂ ਹੋ ਗਿਆ। ਆਸਾ ਰਾਗ ਦਾ ਸ਼ਬਦ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਕੱਲ ਇੱਥੋਂ ਅਕਾਲ ਪੁਰਖ ਜੀ ਦੇ ਹੁਕਮ ਨਾਲ ਕਥਾ ਆਰੰਭ ਹੋਏਗੀ। ਆਪ ਸਾਰੀ ਸੰਗਤ ਨੇ 482 ਅੰਗ ਤੋਂ ਫਿਰ ਕਥਾ ਦੇ ਦਰਸ਼ਨ ਕਰਨੇ ਨੇ। ਕਥਾ ਕਰਦਿਆਂ, ਵਿਚਾਰ ਕਰਦਿਆਂ, ਅਗਾਧ ਬੋਧ ਬਾਣੀ ਦੇ ਸੇਵਾ ਕਰਦਿਆਂ ਅਨੇਕਾਂ ਭੁੱਲਾਂ ਬੇਦਬੀਆਂ ਹੋਈਆਂ ਹਨ। ਗ੍ਰਾਮਰ ਵੱਲੋਂ ਤਾਂ ਮੇਰਾ ਹੱਥ ਬਹੁਤ ਤੰਗ ਹੈ, ਗੁਰਮਤਿ ਗ੍ਰਾਮਰ ਵੱਲੋਂ ਤੰਗ ਹੈ, ਤੇ ਮੈਂ ਯਤਨ ਵੀ ਬਹੁਤ ਘੱਟ ਕਰ ਰਿਹਾ। ਮੈਨੂੰ ਹੁਣ ਇਹ ਸੇਵਾ ਤੋਂ ਬਾਅਦ ਪ੍ਰਤੀਤ ਹੋਣਾ ਸ਼ੁਰੂ ਹੋ ਗਿਆ ਕਿ ਭਾਈ ਆਹ ਬਹੁਤ ਵੱਡੀ ਜਿਹੜੀ ਸੰਗਤ ਦੀ ਸੇਵਾ ਹੋਰ ਹੋਣੀ ਚਾਹੀਦੀ ਹੈ। ਤੇ ਮਹਾਰਾਜ ਕਿਰਪਾ ਕਰਨ, ਸੰਗਤ ਅਰਦਾਸ ਕਰੇ, ਮਹਾਂਪੁਰਖਾਂ ਦੀ ਰਹਿਮਤ ਹੋਏ। ਅੱਗੇ ਤੋਂ ਮਹਾਰਾਜ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਖਜ਼ਾਨੇ ਬਖਸ਼ਣ ਤੇ ਆਪ ਜੀ ਦੀ ਸੇਵਾ ਕਰਾਉਣ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸੰਗਤ ਸਿਮਰਨ ਦੇ ਵਿੱਚ ਹਾਜ਼ਰੀਆਂ ਕਰਾਂਗੇ। ਮਨ ਧਿਆਨ ਇਕਾਗਰ ਚਿਤ ਹੋ ਕੇ। ਫਿਰ ਐਸਾ ਸਮਾਂ ਨਹੀਂ ਮਿਲਣਾ ਜੀ, ਐਸਾ ਸਮਾਂ ਨਹੀਂ ਮਿਲਣਾ, ਐਸਾ ਗੁਰੂ ਨਹੀਂ ਮਿਲਣਾ। ਅੱਜ ਵਰਗਾ ਵੱਡਾ ਦਿਹਾੜਾ ਵੀ ਨਹੀਂ ਮਿਲਣਾ, ਅੱਜ ਵਰਗਾ ਵੱਡਾ ਦਿਹਾੜਾ ਵੀ ਨਹੀਂ ਮਿਲਣਾ, ਜਦੋਂ ਅਕਾਲ ਪੁਰਖ ਜੀ ਦਾ ਸਰਵ ਸ਼੍ਰੇਸ਼ਟ ਸਰੂਪ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਅਕਾਲ ਪੁਰਖ ਦੀ ਸੇਵਾ ਕਰਕੇ ਜਾ ਰਹੇ ਨੇ। ਤੇ ਅੱਗੋਂ ਰਾਜੇ ਭੂਪਤ ਉਹ ਸਾਰੇ ਕਹਿ ਰਹੇ ਨੇ ਆਓ ਬੈਠ ਆਦਰ ਸਭ ਦੇਵੇਂ। ਉਹ ਸਾਰੇ ਦੇਵਪੁਰੀ ਮੈਂ ਗਏ ਆਪ ਪਰਮੇਸ਼ਰ ਪਾਇਓ। ਉੱਥੇ ਜੈ ਜੈਕਾਰ ਹੋ ਰਹੀ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਪ ਕਲਪ ਪ੍ਰਤ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਈ ਕਲਪ ਯੁੱਗ ਇਸ ਮੰਤਰ ਦੇ ਵਿੱਚ ਆਰਾਧਨਾ ਕੀਤੀ ਹੈ, ਤੇ ਜਦੋਂ ਸੰਗਤ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਬੋਲਦੇ ਹਨ ਇੰਨੇ ਯੁੱਗਾਂ ਦਾ ਫਲ ਪ੍ਰਾਪਤ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।